ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਤੀਜੜੀ ਲਾਵ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀਓ। ਹਰ ਤੀਜੜੀ ਲਾਵ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆ ਬਲਰਾਮ ਜੀਓ। ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ। ਸੰਤ ਜਨਾ ਵਡ ਭਾਗੀ ਪਾਇਆ ਹਰ ਕਥਿਐ ਅਕਥ ਕਹਾਣੀ। ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ। ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ। ਹਰ ਤੀਜੜੀ ਲਾਵ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਅੱਜ ਤੀਸਰੀ ਲਾਵ ਬਾਣੀ ਦਾ ਪਾਠ ਦੀ ਕਥਾ ਆਰੰਭ ਹੋਈ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਪਿਛਲੀਆਂ ਦੋ ਲਾਵਾਂ ਦੇ ਪਾਠ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਇਹ ਤੀਸਰੇ ਪੜਾਅ ਦੇ ਵਿੱਚ ਤੀਸਰੀ ਲਾਮ ਦੇ ਵਿੱਚ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਬਖਸ਼ਿਸ਼ ਕੀਤੀ ਹੈ, ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪਹਿਲੀ ਪੰਕਤੀ ਹੈ, ਹਰ ਤੀਜੜੀ ਲਾਵ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ। ਤੀਜੜੀ ਦਾ ਭਾਵ ਹੈ ਕਿ ਤੀਸਰੀ ਲਾਮ, ਤੀਸਰੀ ਅਵਸਥਾ, ਤੀਸਰਾ ਪੜਾਅ। ਮਹਾਰਾਜ ਕਹਿੰਦੇ ਤੀਸਰੀ ਲਾਭ ਦੇ ਵਿੱਚ ਅਧਿਆਤਮ ਜੀਵਨ ਦੇ ਤੀਸਰੇ ਪੜਾਅ ਦੇ ਵਿੱਚ ਮਨ ਦੇ ਵਿੱਚ ਚਾਅ ਪੈਦਾ ਹੋਇਆ ਹੈ। ਕਿਹਨਾਂ ਦੇ? ਬੈਰਾਗੀਆਂ ਦੇ। ਬੈਰਾਗੀ ਕੌਣ ਹਨ? ਜਿਸ ਦੇ ਅੰਦਰ ਬੈਰਾਗ ਹੈ। ਜਿੱਥੇ ਬੈਰਾਗ ਹੈ ਉੱਥੇ ਚਾਉ ਹੈ। ਬੈਰਾਗ ਤੋਂ ਬਿਨਾਂ ਚਾਉ ਪੈਦਾ ਹੋਣਾ ਔਖਾ ਹੈ। ਪਹਿਲੀ ਅਵਸਥਾ ਬੈਰਾਗ ਦੀ ਹੈ। ਉਹ ਬੈਰਾਗੀ ਹੋਵੇ ਫਿਰ ਚਾਅ ਪੈਦਾ ਹੁੰਦਾ ਹੈ। ਅਤੇ ਚਾਅ ਕਿਹੜਾ? ਕਈ ਤਰ੍ਹਾਂ ਦਾ ਚਾਅ ਪੈਦਾ ਹੁੰਦਾ ਹੈ ਵਾਹਿਗੁਰੂ ਦੇ ਪ੍ਰਤੀ। ਨਾ ਤਾਂ ਇਹ ਦੁਨੀਆ ਵਾਲੇ ਬੈਰਾਗ ਦੀ ਗੱਲ ਕੀਤੀ ਹੈ ਮਹਾਰਾਜ ਜੀ ਨੇ, ਗੁਰੂ ਰਾਮਦਾਸ ਜੀ ਨੇ, ਅਤੇ ਨਾ ਹੀ ਦੁਨਿਆਵੀ ਚਾਅ ਦੀ ਗੱਲ ਕੀਤੀ ਹੈ। ਇਹ ਅਧਿਆਤਮਿਕ ਚਾਅ ਅਤੇ ਬੈਰਾਗ ਹੈ। ਕਹਿੰਦੇ ਇਸ ਤਰ੍ਹਾਂ ਪੈਦਾ ਹੋਣ ਦੇ ਨਾਲ ਕਿਰਪਾ ਹੋਈ ਮਹਾਰਾਜ ਤੁਹਾਡੀ ਬਲਰਾਮ ਜੀਓ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਅਸੀਂ ਤੇਰੇ ਤੋਂ ਬਲਿਹਾਰ ਜਾਂਦੇ ਹਾਂ।
ਆਪ ਜੀ ਨੇ ਕਿਰਪਾ ਕਰਕੇ ਸਤਿਗੁਰੂ ਮਿਲਾਇਆ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਮਨ ਦੇ ਵਿੱਚ ਚਾਅ ਪੈਦਾ ਹੋਇਆ ਹੈ, ਵਿਰਾਗ ਆਇਆ ਹੈ ਤੇ ਫਿਰ ਚਾਅ ਪੈਦਾ ਹੋਇਆ ਹੈ। ਹੁਣ ਬੈਰਾਗ ਕੀ ਹੈ ਤੇ ਬੈਰਾਗੀ ਕੌਣ ਹੈ? ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਦੱਸਿਆ ਹੈ ਕਿ ਬੈਰਾਗੀ ਉਹ ਹੈ ਜਿਹਦੇ ਅੰਦਰ ਬੈਰਾਗ ਹੋਵੇ। ਤਿਆਗੀ ਉਹ ਹੈ ਜਿਹਦੇ ਅੰਦਰ ਤਿਆਗ ਹੋਵੇ। ਬਿਨ ਬੈਰਾਗ ਕਹਾਂ ਬੈਰਾਗੀ, ਬਿਨ ਹਉ ਤਿਆਗ ਕਹਾਂ ਕਉ ਤਿਆਗੀ। ਹਉ ਤਿਆਗੀ ਨਹੀਂ, ਹੰਕਾਰ ਤਿਆਗਿਆ ਨਹੀਂ ਤੇ ਤਿਆਗ ਕਿਵੇਂ? ਮਨ ਵਿੱਚ ਸੱਚਾ ਬੈਰਾਗ ਉਪਜਿਆ ਨਹੀਂ ਤੇ ਬੈਰਾਗੀ ਕਿਵੇਂ ਹੈ? ਇੱਕ ਪੰਥ ਵੀ ਚੱਲਿਆ ਹੈ ਹਿੰਦੁਸਤਾਨ ਦੇ ਧਰਤੀ ਦੇ ਉੱਤੇ, ਬੈਰਾਗੀ ਪੰਥ। ਉਹ ਕਹਿੰਦੇ ਸਾਨੂੰ ਸੱਚਾ ਬੈਰਾਗ ਹੋ ਗਿਆ ਹੈ, ਪਰ ਗੱਲੀਂ ਬਾਤੀਂ ਬੈਰਾਗ ਨਹੀਂ। ਬੈਰਾਗ 9 ਪ੍ਰਕਾਰ ਦਾ ਮੰਨਿਆ ਹੈ ਵਿਦਵਾਨਾਂ ਨੇ। ਇਹਦੇ ਵਿੱਚ ਕਈ ਤਰ੍ਹਾਂ ਦਾ ਬੈਰਾਗ ਹੈ। ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਬੈਰਾਗ ਉਸ ਸ਼ਬਦ ਦਾ ਨਾਮ ਹੈ, ਉਸ ਅਵਸਥਾ ਦਾ ਨਾਮ ਹੈ ਜਿੱਥੇ ਕਿਸੇ ਚੀਜ਼ ਤੋਂ, ਦੁਨਿਆਵੀ ਪਦਾਰਥਾਂ ਤੋਂ, ਸੰਸਾਰ ਤੋਂ ਉਪਰਾਮ ਹੋ ਜਾਣਾ, ਵਿੱਚ ਰਹਿੰਦਿਆਂ ਹੋਇਆਂ ਹੀ ਉਪਰਾਮ ਹੋ ਜਾਣਾ, ਖਚਿਤ ਨਾ ਹੋਣਾ, ਉਹਦੇ ਵਿੱਚ ਰਚਣਾ ਮਿਚਣਾ ਨਾ, ਘੁਲਣ ਮਿਲਣ ਦੀ ਬਜਾਏ ਉਹਨਾਂ ਦੀ ਜਿਹੜੀ ਖਿੱਚ ਹੈ ਉਹਦਾ ਘਟ ਜਾਣ ਦਾ ਨਾਮ ਬੈਰਾਗ ਹੈ। ਰਾਗ ਤੋਂ ਬੈਰਾਗ ਆਮ ਹੀ ਸ਼ਬਦ ਵਰਤਿਆ ਜਾਂਦਾ ਹੈ। ਰਾਗ ਕੀ ਹੈ? ਪਦਾਰਥਾਂ ਦੀ ਖਿੱਚ, ਤੇ ਇਹਦੇ ਤੋਂ ਉੱਪਰ ਉੱਠ ਜਾਣਾ, ਇਹ ਹੈ ਬੈਰਾਗ, ਉਪਰਾਮ ਹੋ ਜਾਣਾ। ਗੁਰਬਾਣੀ ਦੇ ਵਿੱਚ ਪੰਕਤੀ ਹੈ, ਇਸ ਨੂੰ ਸਿੱਧ ਕਰੇਗੀ ਵੀ ਬੈਰਾਗ ਕੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕੀਤਾ ਹੈ, ਕੱਲਰ ਕੇਰੀ ਛਪੜੀ ਆਏ ਉਲੱਥੇ ਹੰਝ, ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਡੰਝ। ਕਹਿੰਦੇ ਹੰਸ ਆਏ ਪਾਣੀ ਪੀਣ ਵਾਸਤੇ। ਜਿੱਥੇ ਪਾਣੀ ਪੀਣ ਵਾਸਤੇ ਉਤਰੇ ਸਨ, ਉਹ ਕੁਦਰਤੀ ਇੱਕ ਛੱਪੜੀ ਸੀਗੀ, ਗੰਦੇ ਪਾਣੀ ਵਾਲੀ। ਮੈਲਾ ਕੁਚਲਾ ਪਾਣੀ ਹੈ, ਛੱਪੜੀ ਹੈ। ਤੇ ਹੁਣ ਹੰਸਾਂ ਨੇ ਉਹ ਛੱਪੜ ਦੇ ਉੱਤੇ ਪਾਣੀ ਪੀਣਾ ਚਾਹਿਆ, ਚੁੰਝ ਦੇ ਨਾਲ ਪਾਣੀ ਪੀਤਾ ਤੇ ਪਾਣੀ ਗੰਦਾ ਬੜਾ ਸੀ, ਤੇ ਮਨ ਖੱਟਾ ਹੋ ਗਿਆ ਤੇ ਚੁੰਝ ਦੇ ਵਿੱਚੋਂ ਪਾਣੀ ਬਾਹਰ ਨੂੰ ਕੱਢ ਦਿੱਤਾ। ਪਿਆਸੇ ਹੀ ਉੱਠੋਂ ਉੱਠ ਕੇ ਜਾਣਾ ਪਿਆ। ਇਹਦਾ ਨਾਮ ਬੈਰਾਗ ਹੈ। ਵੀ ਜਿਸ ਚੀਜ਼ ਵਾਸਤੇ ਆਸਾ ਧਾਰ ਕੇ ਉਤਰੇ ਸਨ ਕਿ ਪਾਣੀ ਸ਼ੁੱਧ ਤੇ ਨਿਰਮਲ ਪੀਵਾਂਗੇ, ਪਰ ਅੱਗੋਂ ਗੰਦਾ ਪਾਣੀ ਮਿਲਿਆ। ਸਾਫ਼ ਪਾਣੀ ਨਾ ਮਿਲਣ ਕਰਕੇ ਮਨ ਵਿੱਚ ਬੈਰਾਗ ਆਇਆ। ਇਸੇ ਤਰ੍ਹਾਂ ਸੰਸਾਰ ਦੇ ਉੱਤੇ ਆਉਂਦੇ ਹਨ ਮਹਾਂਪੁਰਖ। ਸੰਸਾਰ ਦੇ ਉੱਤੇ ਹਰੇਕ ਜੀਵ ਆਇਆ ਹੈ, ਪਰ ਜਦੋਂ ਇੱਥੇ ਜਿਹੜੀ ਅਵਸਥਾ, ਜਿਹੜੀ ਚੀਜ਼ ਨੂੰ ਲੈਣ ਵਾਸਤੇ ਆਏ ਹਾਂ, ਉਹ ਇਸ ਸੰਸਾਰ ਦੇ ਵਿੱਚੋਂ ਨਾ ਮਿਲਣੀ। ਜਦੋਂ ਨਾ ਮਿਲੇ ਤਾਂ ਫਿਰ ਮਨ ਬੈਰਾਗ ਹੋ ਜਾਂਦਾ ਹੈ, ਉਪਰਾਮ ਹੋ ਜਾਂਦਾ ਹੈ। ਵੈਸੇ ਇੱਕ ਕਾਰਨ ਹੈ ਇਹ ਬੈਰਾਗ ਦਾ। ਵੇਖਿਆ ਜਾਵੇ ਤਾਂ 4 ਤਰੀਕਿਆਂ ਨਾਲ ਬੈਰਾਗ ਪੈਦਾ ਹੁੰਦਾ ਹੈ। ਬੈਰਾਗ ਦਾ ਆਉਣਾ 4 ਕਾਰਨ ਬਣਦੇ ਹਨ ਇਹਦੇ। ਉਹ ਕਿਹੜੇ ਕਿਹੜੇ ਹਨ? ਇੱਕ ਤਾਂ ਹੁੰਦਾ ਹੈ ਕਿ ਕੋਈ ਜਨਮ ਤੋਂ ਹੀ ਬੈਰਾਗ ਧਾਰਨ ਕਰੇ। ਜਨਮ ਤੋਂ ਹੀ ਬੈਰਾਗੀ ਹੁੰਦੇ ਨੇ ਕਈ। ਜਨਮ ਹੋਇਆ ਤੇ ਬੈਰਾਗ ਹੀ ਜੰਮਦੇ ਨੇ, ਬੈਰਾਗੀ ਹੀ ਜੰਮਦੇ ਨੇ। ਦੂਸਰਾ ਹੁੰਦਾ ਹੈ ਸੰਸਾਰ ਨੂੰ ਨਾਸਵੰਤ ਵੇਖ ਕੇ ਕਿ ਇਹ ਸੰਸਾਰ ਝੂਠਾ ਹੈ, ਇਹਦੇ ਵਿੱਚ ਹੱਥ ਆਉਣ ਵਾਲੀ ਕੋਈ ਸ਼ੈ ਨਹੀਂ। ਮਿਥਿਆ ਜਾਣ ਕੇ ਸੰਸਾਰ ਨੂੰ ਇਹਦੇ ਤੋਂ ਉਪਰਾਮ ਹੋ ਜਾਣਾ, ਇਹ ਵੀ ਬੈਰਾਗ ਦੀ ਨਿਸ਼ਾਨੀ ਹੈ। ਤੀਸਰਾ, ਇੱਕ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਕਿਸੇ ਸੱਜਣ ਦੇ ਕੋਲੋਂ, ਕਿਸੇ ਆਪਣੇ ਦੇ ਕੋਲੋਂ ਧੋਖਾ ਖਾ ਜਾਣਾ। ਜਦੋਂ ਧੋਖਾ ਖਾ ਕੇ ਇਨਸਾਨ ਦੀਆਂ ਅੱਖਾਂ ਖੁੱਲ੍ਹਦੀਆਂ ਨੇ, ਫਿਰ ਉੱਥੇ ਬੈਰਾਗ ਪੈਦਾ ਹੁੰਦਾ। ਕਈ ਵਾਰੀ ਸੱਚ ਕੁਝ ਵੀ ਨਹੀਂ ਹੈ, ਸਭ ਝੂਠ ਹੈ, ਸਭ ਧੋਖਾ ਹੈ, ਸਾਰੇ ਧੋਖੇਬਾਜ਼ ਨੇ। ਤੇ ਚੌਥੀ ਤਰ੍ਹਾਂ ਦਾ ਬੈਰਾਗ, ਇੱਕ ਸੱਚਾ ਬੈਰਾਗ ਜਿਹਨੂੰ ਤੱਤ ਬੈਰਾਗ ਆਉਂਦੇ ਨੇ, ਉਹ ਹੈ ਪ੍ਰਭੂ ਦੇ ਪਿਆਰ ਦੇ ਵਿੱਚ ਭਿੱਜ ਕੇ ਬੈਰਾਗ ਪੈਦਾ ਹੋਣਾ। ਉਹਦੇ ਪਿਆਰ ਦੇ ਵਿੱਚ ਲੱਗੇ ਰਹਿਣਾ ਤੇ ਬੈਰਾਗ ਦੇ ਵਿੱਚ ਪਹੁੰਚ ਜਾਣਾ। ਪਹਿਲੀ ਤਰ੍ਹਾਂ ਦਾ ਬੈਰਾਗ, ਜਨਮ ਤੋਂ ਬੈਰਾਗ। ਭਾਈ ਗੁਰਦਾਸ ਸਾਹਿਬ ਜੀ ਨੇ
ਇੱਕ ਸਿੱਖ ਦਾ ਜ਼ਿਕਰ ਕੀਤਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਦਾ। ਉਹਦਾ ਨਾਮ ਭਾਈ ਗੁਰਦਾਸ ਜੀ ਨੇ ਤਾਰੂ ਪੋਪਟ ਲਿਖਿਆ ਹੈ। ਇੱਕ ਤਾਂ ਭਾਈ ਤਾਰੂ ਜੀ ਹੋਏ ਨੇ ਸ਼ਹੀਦ, ਪਰ ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਮਹਾਰਾਜ ਦਾ ਸਿੱਖ ਹੋਇਆ ਹੈ ਤਾਰੂ ਪੋਪਟ। ਉਹ ਜਨਮ ਤੋਂ ਹੀ ਬੈਰਾਗੀ ਸੀ ਉਹਦੀ ਅਵਸਥਾ। ਭਾਈ ਗੁਰਦਾਸ ਜੀ ਨੇ ਆਖਿਆ ਹੈ, ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਬਾਲ ਸੁਭਾਏ ਉਦਾਸੀ ਭਾਵ ਕੇ ਬੈਰਾਗੀ ਸੀ। ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਮਹਾਰਾਜ ਸੰਗਤਾਂ ਨੂੰ ਤਾਰਿਆ ਕਰਦੇ। ਸੰਗਤ ਹੋਣੀ ਕਰਨੀ, ਕੀਰਤਨ ਹੋਣਾ ਕਰਨਾ, ਗੁਰਬਾਣੀ ਦੀ ਕਥਾ ਹੋਇਆ ਕਰਨੀ, ਤੇ ਮਹਾਰਾਜ ਨੇ ਸਾਰੀ ਸੰਗਤ ਨੂੰ ਉਪਦੇਸ਼ ਕਰਨਾ। ਦੂਰ ਖੜਾ ਇੱਕ ਬੱਚਾ ਰੋਜ਼ ਮਹਾਰਾਜ ਵੱਲ ਵੇਖਿਆ ਕਰੇ ਤੇ ਦੂਰੋਂ ਵੇਖਿਆ ਕਰਨਾ, ਪਰ ਸੰਗਤ ਦੇ ਵਿੱਚ ਨਾ ਆਣ ਕੇ ਬੈਠਣਾ। ਕਾਫੀ ਦਿਨ ਇਸ ਤਰ੍ਹਾਂ ਹੋਇਆ। ਸਿੱਖਾਂ ਨੂੰ ਇੱਕ ਦਿਨ ਮਹਾਰਾਜ ਨੇ ਆਖਿਆ, ਉਹ ਦੂਰ ਖੜਾ ਬੱਚਾ ਵੇਂਹਦਾ ਜ਼ਰੂਰ ਏ ਪਰ ਕੋਲ ਨਹੀਂ ਆਉਂਦਾ, ਬੁਲਾਓ ਇਹਨੂੰ, ਕੌਣ ਏ? ਜਦੋਂ ਕੋਲ ਬੁਲਾਇਆ, ਮਹਾਰਾਜ ਨੇ ਪੁੱਛਿਆ, ਬੱਚੇ ਤੇਰਾ ਨਾਮ ਕੀ ਏ, ਕੌਣ ਹੈ, ਤੇ ਸੰਗਤ ਵਿੱਚ ਆਣ ਕੇ ਕਿਉਂ ਨਹੀਂ ਬਹਿੰਦਾ, ਦੂਰੋਂ ਦੇਖਦਾ ਰਹਿਣਾ ਏ, ਗੱਲ ਕੀ ਹੈ? ਮੱਥਾ ਟੇਕਿਆ ਮਹਾਰਾਜ ਦੇ ਚਰਨਾਂ ਦੇ ਉੱਤੇ ਤੇ ਆਖਿਆ, ਮਹਾਰਾਜ ਮੇਰਾ ਘਰਦਿਆਂ ਨੇ ਨਾਂ ਤਾਰੂ ਪੋਪਟ ਰੱਖਿਆ ਹੈ। ਦੂਰੋਂ ਵੇਂਹਦਾ ਮਹਾਰਾਜ ਤੁਹਾਡੇ ਦਰਸ਼ਨ ਕਰਦਾ, ਤੁਹਾਡੇ ਉਪਦੇਸ਼, ਤੁਹਾਡੇ ਬਚਨ ਮੇਰੇ ਸਰੀਰ ਨੂੰ ਵਿੰਨ ਜਾਂਦੇ ਨੇ ਤੇ ਮਨ ਮਹਾਰਾਜ ਬੈਰਾਗ ਦੇ ਵਿੱਚ ਰਹਿੰਦਾ ਹੈ। ਮਹਾਰਾਜ ਨੇ ਆਖਿਆ, ਕਾਰਨ ਕੀ ਹੈ? ਕਹਿਣ ਲੱਗਾ, ਮਹਾਰਾਜ ਮਨ ਦੇ ਵਿੱਚ ਮੌਤ ਦਾ ਡਰ ਹੈ ਕਿ ਮੌਤ ਕਿਸੇ ਵੇਲੇ ਵੀ ਆ ਸਕਦੀ ਹੈ, ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੇਰੀ ਮੌਤ ਦਾ ਡਰ ਮੁੱਕ ਸਕਦਾ ਹੈ ਜਿਹੜਾ ਮੈਨੂੰ ਹਰ ਵੇਲੇ ਸਤਾਉਂਦਾ ਹੈ? ਤੇ ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ, ਛੋਟੀ ਜੀ ਜਿੰਦ ਹੈ, ਛੋਟੀ ਜੀ ਜਵਾਨੀ ਹੈ, ਛੋਟੀ ਜੀ ਆਯੂ ਹੈ, ਇੰਨੀ ਛੋਟੀ ਜੀ ਉਮਰ ਦੇ ਵਿੱਚ ਇੰਨਾ ਭਾਰੀ ਫਿਕਰ, ਇੰਨੀ ਭਾਰੀ ਚਿੰਤਾ, ਮੌਤ ਦੀ ਚਿੰਤਾ, ਤੈਨੂੰ ਕਿਵੇਂ ਖਿਆਲ ਹੈ ਮੌਤ ਦਾ? ਕਿੱਥੋਂ ਪੈਦਾ ਹੋਇਆ ਮੌਤ ਦਾ ਖਿਆਲ? ਇੱਥੇ ਤਾਂ ਉਮਰਾਂ ਲੰਘ ਜਾਂਦੀਆਂ ਨੇ, ਲੋਕਾਂ ਨੂੰ ਮੌਤ ਯਾਦ ਨਹੀਂ। ਬਜ਼ੁਰਗ ਅਵਸਥਾ ਦੇ ਵਿੱਚ ਵੀ ਅੱਜ ਲੋਕ ਜਨਮ ਦਿਨ ਮਨਾਉਂਦੇ ਨੇ ਵੀ ਅੱਜ ਦੇ ਦਿਨ ਅਸੀਂ ਜਨਮੇ ਹਾਂ, ਪਰ ਮੌਤ ਦਾ ਕਿਸੇ ਨੂੰ ਖਿਆਲ ਨਹੀਂ। ਇਹ ਸਨ ਪੁਰਾਣੇ ਸਿੱਖਾਂ ਦੀ, ਪੁਰਾਤਨ ਸਿੱਖਾਂ ਦੀ ਜ਼ਿੰਦਗੀ। ਕਹਿਣ ਲੱਗਾ, ਮਹਾਰਾਜ ਇੱਕ ਦਿਨ ਦੀ ਗੱਲ ਹੈ, ਪ੍ਰਸ਼ਾਦਾ ਛਕਣਾ ਸੀ ਤੇ ਮਾਂ ਨੇ ਮੈਨੂੰ ਕਿਹਾ, ਪੁੱਤਰ ਚੁੱਲ੍ਹੇ ਵਿੱਚ ਅੱਗ ਬਾਲ, ਬਾਲਣ ਪਿਆ ਹੈ ਚੌਂਕੇ ਦੇ ਵਿੱਚ, ਤੇ ਜਾ ਕੇ ਅੱਗ ਬਾਲ, ਜਿੰਨ ਚਿਰ ਅੱਗ ਬਾਲੇਗਾ ਫਿਰ ਮੈਂ ਆਣ ਕੇ ਪ੍ਰਸ਼ਾਦੇ ਲਾ ਦਿੰਦੀ ਹਾਂ ਤੈਨੂੰ। ਤੇ ਮਹਾਰਾਜ ਮੈਂ ਪ੍ਰਸ਼ਾਦੇ ਲਾਉਣ ਦੇ ਲਈ ਅੱਗ ਬਾਲੀ ਹੈ, ਪਰ ਅੱਗ ਬਲਦੀ ਨਹੀਂ। ਬੜੇ ਯਤਨ ਕਰ ਰਿਹਾ ਹਾਂ, ਪਰ ਮਾਂ ਨੇ ਦੂਰੋਂ ਵੇਖਿਆ ਵੀ ਤੇਰੇ ਵੱਸ ਦੀ ਗੱਲ ਨਹੀਂ। ਕੋਲ ਆਣ ਕੇ ਮਾਂ ਨੇ ਆਖਿਆ, ਪੁੱਤਰ ਇੱਦਾਂ ਅੱਗ ਨਹੀਂ ਬਾਲੀ ਦੀ, ਆਹ ਜਿਹੜੀ ਵੱਡੀ ਲੱਕੜ ਹੈ, ਬਾਲਣ ਹੈ, ਇਹਨੂੰ ਚੁੱਲ੍ਹੇ ਵਿੱਚ ਰੱਖ ਕੇ ਇਹਦੇ ਆਸੇ-ਪਾਸੇ ਛੋਟੀਆਂ-ਛੋਟੀਆਂ ਜਿਹੜੀਆਂ ਟਾਹਣੀਆਂ ਨੇ, ਲੱਕੜਾਂ ਨੇ, ਇਹਨੂੰ ਸਜਾ ਕੇ ਰੱਖ ਕੇ ਫਿਰ ਅੱਗ ਬਾਲ। ਪਹਿਲਾਂ ਛੋਟੀਆਂ ਨੂੰ ਅੱਗ ਲਾ, ਫਿਰ ਵੱਡੀ ਨੂੰ ਲੱਗੇਗੀ। ਤੇ ਮਹਾਰਾਜ ਉਸੇ ਤਰ੍ਹਾਂ ਹੀ ਹੋਇਆ। ਫਿਰ ਮਾਂ ਮੇਰੀ ਨੇ ਛੋਟੀਆਂ ਟਾਹਣੀਆਂ ਨੂੰ ਅੱਗ ਲਾਈ ਤੇ ਛੱਟ ਬਲ ਪਈਆਂ, ਤੇ ਵੇਂਹਦਿਆਂ ਉਹਨਾਂ ਵੱਡੀ ਨੂੰ ਵੀ ਅੱਗ ਲਾ ਦਿੱਤੀ। ਉੱਥੋਂ ਹੀ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਤਾਰੂ ਤੇਰੀ ਉਮਰ ਤਾਂ ਛੋਟੀ ਏ, ਜੇ ਇੱਕ ਅੱਗ ਨੇ ਛੋਟੀਆਂ ਵੱਡੀਆਂ ਟਹਿਣੀਆਂ ਨਹੀਂ ਵੇਖੀਆਂ ਤੇ ਕੀ ਮੌਤ ਛੋਟਾ ਵੱਡਾ ਇਨਸਾਨ ਵਹਿੰਦੀ ਹੈ? ਹੋ ਸਕਦਾ ਜਿਵੇਂ ਛੋਟੀਆਂ ਟਾਹਣੀਆਂ ਨੂੰ ਅੱਗ ਪਹਿਲਾਂ ਲੱਗੀ ਏ, ਤੈਨੂੰ ਮੌਤ ਪਹਿਲਾਂ ਆ ਜਾਵੇ, ਤੂੰ ਛੋਟਾ ਏ। ਮੌਤ ਤਾਂ ਕਿਸੇ ਨੂੰ ਵੀ ਆ ਸਕਦੀ ਹੈ। ਉਸ ਦਿਨ ਤੋਂ ਮਹਾਰਾਜ ਮੇਰੇ ਮਨ ਦੇ ਵਿੱਚ ਖਿਆਲ ਪੈਦਾ ਹੋਇਆ ਹੈ ਕਿ ਮੌਤ ਦਾ ਕੋਈ ਪਤਾ ਨਹੀਂ, ਸੰਗਤ ਕਰਨੀ ਚਾਹੀਦੀ ਹੈ, ਕਿਸੇ ਵੇਲੇ ਵੀ ਆ ਸਕਦੀ ਹੈ। ਇਹ ਮੌਤ ਦੇ ਡਰ ਕਰਕੇ ਤਲਖੀ ਲੱਗੀ ਰਹਿੰਦੀ ਹੈ ਵੀ ਪ੍ਰਮਾਤਮਾ ਦੇ ਦਰ ਦੇ ਉੱਤੇ ਕੀ ਮੂੰਹ ਲੈ ਕੇ ਜਾਵਾਂਗਾ, ਨਾਮ ਤਾਂ ਜਪਿਆ ਨਹੀਂ। ਇਸ ਕਰਕੇ ਮਹਾਰਾਜ ਮਨ ਬੈਰਾਗੀ ਰਹਿੰਦਾ ਏ, ਉਦਾਸੀ ਰਹਿੰਦਾ ਏ। ਮਹਾਰਾਜ ਨੇ ਸੀਸ ਦੇ ਉੱਤੇ ਹੱਥ ਰੱਖਿਆ ਤੇ ਨਿਹਾਲ ਕਹਿ ਕੇ ਭਾਈ ਤਾਰੂ ਪੋਪਟ ਨੂੰ ਸਿੱਖੀ ਬਖਸ਼ੀ, ਪ੍ਰਚਾਰਕ ਥਾਪਿਆ। ਸੋ ਇਹ ਹੈ ਬੈਰਾਗ ਆਉਣਾ, ਜਨਮ ਤੋਂ ਹੀ ਬੈਰਾਗੀ ਹੋ ਜਾਣਾ, ਕੋਈ ਕਾਰਨ ਬਣਨਾ।
ਉਸ ਤੋਂ ਇਲਾਵਾ ਦੂਸਰਾ ਕਾਰਨ ਬਣਦਾ ਹੈ ਵਿਰਾਗ ਆਉਣ ਦਾ, ਸੰਸਾਰ ਨੂੰ ਨਾਸਵੰਤ ਜਾਣ ਕੇ। ਜਦੋਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੋਗੇ, ਪ੍ਰੇਮ ਨਾਲ ਪੜ੍ਹੋਗੇ, ਤਾਂ ਬਹੁਤ ਵਾਰੀ ਮਹਾਰਾਜ ਨੇ ਆਪ ਜੀ ਨੂੰ ਸਮਝਾਇਆ ਹੈ, ਸੰਸਾਰ ਨੂੰ ਦੱਸਿਆ ਹੈ ਕਿ ਭਾਈ ਸਭ ਕੁਝ ਮਿਥਿਆ ਹੈ, ਇੱਥੇ ਕੁਝ ਵੀ ਆਪਣਾ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵਿਰਾਗਮਈ ਬਾਣੀ ਹੈ। ਇਹ ਬੰਦੇ ਨੂੰ, ਇਨਸਾਨ ਨੂੰ ਜਗਾਉਂਦੀ ਹੈ ਕਿ ਉੱਠ, ਗਫਲਤ ਦੀ ਨੀਂਦ ਸੁੱਤਾ ਹੈ, ਉੱਠ ਜਾਗ, ਇੱਥੇ ਕੁਝ ਵੀ ਤੇਰਾ ਨਹੀਂ, ਸਭ ਕੁਝ ਤੁਰਿਆ ਜਾ ਰਿਹਾ ਹੈ। ਮਹਾਰਾਜ ਦੇ ਬਚਨ ਨੇ, ਬੀਤ ਜਾ ਹੈ ਜਨਮ ਅਕਾਜ ਰੇ, ਨਿਸ ਦਿਨ ਸੁਨ ਕੈ ਪ੍ਰਾਣ ਸਮਝਤ ਨਹਿ ਰੇ ਅਜਾਨ, ਕਾਲ ਤੂੰ ਪਹੁੰਚਿਆਨ ਕਹਾ ਜਾਹੈ ਭਾਜ ਰੇ। ਤੂੰ ਕਿੱਥੇ ਭੱਜ ਲਵੇਂਗਾ? ਮੌਤ ਤਾਂ ਤੇਰੇ ਕੋਲ ਆ ਰਹੀ ਹੈ ਸੱਜਣਾ, ਆ ਪਹੁੰਚੀ ਹੈ, ਤੇ ਜਨਮ ਤੇਰਾ ਬੀਤਦਾ ਜਾ ਰਿਹਾ ਹੈ। ਇੱਥੇ ਕੁਝ ਵੀ ਹੱਥ ਆਉਣ ਵਾਲਾ ਨਹੀਂ। ਰੋਜ਼ ਹੀ ਪੜ੍ਹਦੇ ਹਾਂ, ਆਉਦ ਘਟੈ ਦਿਨ ਸਰੈਣ ਆਰੇ, ਮਨ ਗੁਰਮਿਲ ਕਾਜ ਸਵਾਰੇ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜਹੁ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵਹੁ ਸੁਖ ਸਹਜੇ, ਬੋਹਰ ਨਾ ਹੋਈ ਗੋ ਫੇਰਾ। ਫੇਰ ਤੇਰਾ ਦੁਬਾਰਾ ਆਉਣ ਜਾਣ ਨਹੀਂ ਹੋਵੇਗਾ ਜੇ ਤੂੰ ਇੱਥੇ ਸੁਖ ਮਾਣ ਲਵੇਂ, ਨਾਮ ਜਪ ਲਵੇਂ, ਤੇ ਅੱਗੇ ਜਾ ਕੇ ਫਿਰ ਤੈਨੂੰ ਥਾਂ ਮਿਲੇਗੀ। ਕਿਤੇ ਮਹਾਰਾਜ ਦੇ ਬਚਨ ਹਨ ਕਿ ਤੇਰੇ ਸੰਸਾਰ ਜਿਹੜਾ ਹੈ, ਜਿੰਨਾ ਤੂੰ ਦੇਖ ਰਿਹਾ ਹੈ, ਰਿਸ਼ਤੇ ਨੇ, ਘਰਵਾਲੀ ਹੈ, ਪੁੱਤਰ ਨੇ, ਮਾਂ ਪਿਓ ਨੇ, ਸਭ ਕੁਝ ਹੀ ਤੇਰਾ, ਕੁਝ ਆਪਣਾ ਨਹੀਂ, ਸਭ ਨਾਸਵੰਤ ਹੈ। ਇਹ ਗੱਲ ਨੂੰ ਸੱਚ ਮੰਨ। ਤੇ ਪੜ੍ਹਦੇ ਨਹੀਂ ਬਚਨ ਆਪਾਂ, ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਤੇਰੀ ਇਸਤਰੀ, ਤੇਰਾ ਪੁੱਤਰ, ਤੇਰੀ ਧਨ ਸੰਪਦਾ, ਪਦਾਰਥ, ਕੁਝ ਵੀ ਮਹਾਰਾਜ ਕਹਿੰਦੇ ਤੇਰਾ ਆਪਣਾ ਨਹੀਂ, ਕੁਝ ਵੀ ਸੰਗੀ ਨਹੀਂ। ਜਦੋਂ ਇਸ ਗੱਲ ਦਾ ਪਤਾ ਲੱਗ ਜਾਵੇ ਵੀ ਕੁਝ ਨਾਸਵੰਤ ਹੈ, ਸਭ ਕੁਝ ਮਿਥਿਆ ਹੈ, ਸੰਸਾਰ ਝੂਠਾ ਹੈ, ਸੱਚ ਹੈ ਤਾਂ ਸਿਰਫ ਵਾਹਿਗੁਰੂ ਦਾ ਨਾਮ, ਤੇ ਫਿਰ ਸਾਧ ਸੰਗਤ ਉੱਥੇ ਵੀ ਵਿਰਾਗ ਪੈਦਾ ਹੁੰਦਾ ਹੈ। ਜਦੋਂ ਕਈ ਵਾਰੀ ਵੇਖੀਦਾ ਹੈ ਸੰਸਾਰ ਦੇ ਲੋਕ, ਘਰ ਵਿੱਚ ਕੋਈ ਚੜ੍ਹਾਈ ਕਰ ਜਾਵੇ, ਕੋਈ ਸੰਸਾਰ ਨੂੰ ਛੱਡ ਜਾਵੇ, ਸਰੀਰ ਤਿਆਗ ਜਾਵੇ, ਕਈ ਵਾਰੀ ਬੰਦਾ ਉੱਥੇ ਵੀ ਵਿਰਾਗੀ ਹੋ ਜਾਂਦਾ ਹੈ। ਸਿਰਫ ਕਈ ਸ਼ਮਸ਼ਾਨ ਘਾਟ ਤੱਕ ਵਿਰਾਗੀ ਹੁੰਦੇ ਨੇ, ਕਈ ਕੁਝ ਕੁ ਦਿਨ ਵਿਰਾਗੀ ਹੁੰਦੇ ਨੇ, ਫਿਰ ਉਹੋ ਜਿਹੇ ਹੋ ਜਾਂਦੇ ਨੇ। ਇਹ ਲੰਗੜਾ ਵਿਰਾਗ ਆਂਦੇ ਨੇ ਇਹਨੂੰ, ਜਿਹੜਾ ਸਦਾ ਸਥਿਰ ਰਹਿਣ ਵਾਲਾ ਨਹੀਂ, ਆਇਆ ਤੇ ਚਲਾ ਗਿਆ। ਪਰ ਇੱਕ ਵਿਰਾਗ ਉਹ ਹੈ ਕਿ ਸੰਸਾਰ ਦਾ ਪਤਾ ਲੱਗ ਗਿਆ ਹੈ ਵੀ ਮਿਥਿਆ ਹੈ। ਫਿਰ ਵਿਰਾਗ ਅਵਸਥਾ ਵਿੱਚ ਰਹਿਣਾ ਵੀ ਸੱਚ ਕੀ ਹੈ ਤੇ ਸੱਚ ਤੱਕ ਕਿਵੇਂ ਪਹੁੰਚਿਆ ਜਾਵੇ, ਫਿਰ ਉਸ ਵਿਰਾਗ ਦੇ ਵਿੱਚ, ਆਨੰਦ ਦੇ ਵਿੱਚ ਰਹਿਣਾ। ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਆਪ ਜੀ ਨੇ ਬੜੀ ਵਾਰੀ ਸੁਣਿਆ ਹੈ ਪ੍ਰਚਾਰਕਾਂ ਤੋਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਪਹਿਲੀ ਮੁਲਾਕਾਤ ਜਦੋਂ ਹੋਈ ਹੈ, ਮਹਾਰਾਜ ਬਿਰਾਜੇ ਹੋਏ ਨੇ ਇੱਕ ਦਰਖਤ ਦੇ ਥੱਲੇ, ਤੇ ਛੋਟਾ ਜਿਹਾ ਬੱਚਾ ਆਣ ਕੇ ਮਹਾਰਾਜ ਨੂੰ ਜਲ ਪਾਣੀ ਛਕਾਉਂਦਾ ਹੈ, ਤੇ ਨਾਲ ਮਹਾਰਾਜ ਜੀ ਨੇ ਅਸੀਸ ਦਿੱਤੀ ਹੈ ਕਿ ਪੁੱਤਰ ਤੂੰ ਬੜੀ ਸੇਵਾ ਕੀਤੀ ਹੈ, ਤੈਨੂੰ ਬੜੇ ਸੰਸਕਾਰ ਵਧੀਆ ਮਿਲੇ ਨੇ ਘਰ ਦੇ ਵਿੱਚੋਂ। ਤੇ ਉਸ ਛੋਟੇ ਜਿਹੇ ਬੱਚੇ ਨੇ ਆਖਿਆ, ਤੁਸੀਂ ਸੰਤ ਮਹਾਂਪੁਰਖ ਹੋ, ਮੇਰੇ ਕੁਝ ਸਵਾਲ ਹਨ, ਉਹਨਾਂ ਦਾ ਜਵਾਬ ਦਿਓ। ਮਹਾਰਾਜ ਨੇ ਆਖਿਆ, ਦੱਸੋ ਕਿਹੜੇ ਸਵਾਲ ਨੇ ਤੁਹਾਡੇ, ਪੁੱਛੋ। ਤੇ ਉਹ ਛੋਟੇ ਜਿਹੇ ਬੱਚੇ ਨੇ ਆਖਿਆ ਕਿ ਮੌਤ ਦਾ ਡਰ ਕਿਵੇਂ ਖਤਮ ਹੋਵੇ, ਮੌਤ ਬੜੀ ਭਿਆਨਕ ਹੈ। ਜਨਮ ਮਰਨ ਦਾ ਗੇੜ ਕਿਵੇਂ ਖਤਮ ਹੋਵੇ, ਸਭਨੋਂ ਵੱਡਾ ਦੁੱਖ ਜਨਮ ਮਰਨ ਦਾ ਸੁਣਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਬੱਚੇ ਦੇ ਚਿਹਰੇ ਵੱਲ ਵੇਖਿਆ ਤੇ ਉਮਰ ਵੱਲ ਵੇਖਿਆ ਵੀ ਉਮਰ ਤਾਂ ਛੋਟੀ ਜਿਹੀ ਹੈ, ਤੇ ਸਵਾਲ ਬੜੇ ਵੱਡੇ ਨੇ ਜਿਹੜੇ ਕਿਸੇ ਨੂੰ ਅੱਜ ਤੱਕ ਭਗਤੀ ਵਾਲਿਆਂ ਨੂੰ ਵੀ ਸਮਝ ਨਹੀਂ ਆਉਂਦੇ ਛੇਤੀ ਕਿਤੇ। ਕਹਿਣ ਲੱਗੇ, ਤੇਰੇ ਬੱਚਿਆ ਸਵਾਲ ਕਿਵੇਂ ਪੈਦਾ ਹੋਇਆ ਮਨ ਦੇ ਵਿੱਚ?
ਕਹਿਣ ਲੱਗਾ, ਮਹਾਰਾਜ ਅਸੀਂ ਜ਼ਿਮੀਂਦਾਰ ਹਾਂ, ਇੱਥੋਂ ਹਾਕਮ ਆਉਂਦੇ ਨੇ, ਸਿਪਾਹੀ ਆਉਂਦੇ ਨੇ, ਬਾਦਸ਼ਾਹ ਦੇ ਸਿਪਾਹੀ ਆਉਂਦੇ ਨੇ, ਜਦੋਂ ਕਿਤੇ ਚੜ੍ਹਾਈ ਕਰਕੇ ਆਉਣ ਪਿੰਡਾਂ ਦੇ ਵਿੱਚ ਜ਼ੋਰ ਜ਼ਬਰਦਸਤੀ ਬੜੀ ਕਰਦੇ ਨੇ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸਾਡੀ ਪੱਕੀ ਹੋਈ ਫਸਲ ਜਦੋਂ ਕਿਤੇ ਸਿਪਾਹੀ ਆਉਂਦੇ ਨੇ, ਘੋੜਿਆਂ ਦੇ ਪੈਰਾਂ ਦੇ ਹੇਠਾਂ ਲਤਾੜ ਕੇ ਚਲੇ ਜਾਂਦੇ ਨੇ। ਜਿਹੜੀ ਕੱਚੀ ਹੁੰਦੀ ਹੈ, ਛੋਟੀ ਹੁੰਦੀ ਹੈ, ਉਹ ਤਾਂ ਪੈਰਾਂ ਵਿੱਚ ਲਤਾੜੀ ਜਾਂਦੀ ਹੈ, ਬਰਬਾਦ ਹੋ ਜਾਂਦੀ ਹੈ। ਜਿਹੜੀ ਕੋਈ ਡੱਡਰੀ ਹੁੰਦੀ ਹੈ ਉਹ ਵੀ ਨਾਸ ਹੋ ਜਾਂਦੀ ਹੈ, ਅਤੇ ਜਿਹੜੀ ਪੱਕੀ ਹੁੰਦੀ ਉਹਨੂੰ ਵੱਢ ਕੇ ਲੈ ਜਾਂਦੇ ਨੇ। ਅਤੇ ਸਾਡੇ ਹੱਥ ਆਵੇ ਜਾਂ ਨਾ ਆਵੇ, ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਫਿਕਰ ਨਹੀਂ, ਕੋਈ ਲੈਣ ਦੇਣ ਨਹੀਂ। ਅਤੇ ਮਹਾਰਾਜ ਉੱਥੋਂ ਮੇਰੇ ਮਨ ਦੇ ਵਿੱਚ ਖਿਆਲ ਪੈਦਾ ਹੋਇਆ ਹੈ ਵੀ ਫਸਲ ਹੈ ਇੱਕ, ਸਿਪਾਹੀ ਆਉਂਦੇ ਨੇ, ਨਫਾ ਨੁਕਸਾਨ ਨਹੀਂ ਵਹਿੰਦੇ, ਛੋਟੀ ਵੱਡੀ ਨਹੀਂ ਵਹਿੰਦੇ, ਕੱਚੀ ਪੱਕੀ ਨਹੀਂ ਵਹਿੰਦੇ, ਪੱਕੀ ਨੂੰ ਵੱਢ ਕੇ ਲੈ ਜਾਂਦੇ ਨੇ। ਅਤੇ ਮੌਤ ਦਾ ਕੀ ਪਤਾ ਹੈ, ਇਹ ਵੀ ਉਮਰਾਂ ਨਹੀਂ ਵਹਿੰਦੀ, ਇਹ ਰੂਪ ਰੰਗ ਨਹੀਂ ਵਹਿੰਦੀ, ਇਹ ਦੇਸ਼ ਨਹੀਂ ਵਹਿੰਦੀ, ਇਹ ਉਮਰ ਨਹੀਂ ਵਹਿੰਦੀ। ਮਹਾਰਾਜ ਕੱਚੀ ਹੋਵੇ ਚਾਹੇ ਬੱਚੀ ਹੋਈਏ ਕੱਚੀ ਹੈ, ਚਾਹੇ ਜਵਾਨੀ ਡਡਰੀ ਹੋਵੇ, ਚਾਹੇ ਬੁਢੇਪਾ ਪੱਕੀ ਹੋਵੇ, ਇਹ ਵੀ ਇੱਕ ਫਸਲ ਦੇ ਵਾਂਗ ਹੈ। ਅਤੇ ਮੌਤ ਹੈ ਜਮਰਾਜ ਦੇ ਸਿਪਾਹੀ, ਜਮਦੂਤ, ਉਹ ਨਹੀਂ ਵਹਿੰਦੇ ਮਹਾਰਾਜ ਉਮਰ ਛੋਟੀ ਹੈ ਜਾਂ ਵੱਡੀ ਹੈ। ਜਦੋਂ ਕਿਤੇ ਹੁਕਮ ਆ ਜਾਂਦਾ ਹੈ ਫਿਰ ਉੱਠ ਕੇ ਜਾਣਾ ਪੈਂਦਾ ਹੈ, ਅਤੇ ਮਨ ਨੂੰ ਇਹ ਝੋਰਾ ਹੈ ਕਿ ਕਮਾਈ ਕੋਈ ਕੀਤੀ ਨਹੀਂ, ਸੇਵਾ ਕੋਈ ਕੀਤੀ ਨਹੀਂ, ਕੋਈ ਪਤਾ ਨਹੀਂ ਮੌਤ ਕਦੋਂ ਆ ਜਾਵੇ। ਅਤੇ ਮਹਾਰਾਜ ਮੌਤ ਦਾ ਡਰ ਕਿਵੇਂ ਖਤਮ ਹੋਵੇ, ਮੌਤ ਦਾ ਜਨਮ ਮਰਨ ਦਾ ਗੇੜ ਕਿਵੇਂ ਖਤਮ ਹੋਵੇ। ਮਹਾਰਾਜ ਨੇ ਆਖਿਆ, ਉਮਰ ਤਾਂ ਤੇਰੀ ਬੱਚਿਆਂ ਵਾਲੀ ਹੈ, ਗੱਲ ਤੇਰੀਆਂ ਬੁੱਢੀਆਂ ਵਾਲੀਆਂ ਨੇ। ਤੂੰ ਤਾਂ ਬੁੱਢਾ ਜਾਪਦਾ, ਸਿਆਣਾ ਜਾਪਦਾ, ਬਜ਼ੁਰਗ ਜਾਪਦਾ, ਦਾਨਾ ਇਨਸਾਨ ਹੈ। ਉਸ ਦਿਨ ਮਹਾਰਾਜ ਨੇ ਨਾਮ ਦਿੱਤਾ ਬਾਬਾ ਬੁੱਢਾ, ਜਿਹਨੂੰ ਬਾਬਾ ਬੁੱਢਾ ਸਾਹਿਬ ਜੀ ਅਸੀਂ ਆਖਦੇ ਹਾਂ। ਉਹ ਬਾਬਾ ਬੁੱਢਾ ਸਾਹਿਬ ਜੀ ਸਨ ਜਿਨ੍ਹਾਂ ਨੇ ਵੇਖਿਆ ਕਿ ਸੰਸਾਰ ਨਾਸਵੰਤ ਹੈ, ਇਹ ਫਸਲਾਂ ਜੇ ਤਬਾਹ ਹੋ ਰਹੀਆਂ ਨੇ, ਇੱਥੇ ਰੋਜ਼ ਕਈਆਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਨੇ, ਕਿਸੇ ਨੂੰ ਕੋਈ ਫਿਕਰ ਨਹੀਂ, ਭੋਰਾ ਜਿੰਨਾ ਵੀ ਕੋਈ ਫਿਕਰ ਫਾਕਾ ਨਹੀਂ ਵੀ ਜ਼ਿੰਦਗੀ ਨੂੰ ਸਵਾਰੀਏ। ਇਸ ਕਰਕੇ ਸੰਸਾਰ ਮਿਥਿਆ ਹੈ, ਸੰਸਾਰ ਨਾਸਵੰਤ ਹੈ, ਅਤੇ ਇਸ ਕਰਕੇ ਵੀ ਵਿਰਾਗ ਪੈਦਾ ਹੋ ਜਾਣਾ, ਇਹ ਵੀ ਇੱਕ ਕਾਰਨ ਹੈ। ਸਿਧਾਰਥ, ਜਿਹਨੂੰ ਮਹਾਤਮਾ ਬੁੱਧ ਆਂਦੇ ਨੇ, ਉਹਦੀ ਜ਼ਿੰਦਗੀ ਦੇ ਵਿੱਚ ਵੀ 3 ਘਟਨਾਵਾਂ ਨੇ ਉਹਦਾ ਜੀਵਨ ਬਦਲ ਦਿੱਤਾ ਅਤੇ ਵਿਰਾਗ ਪੈਦਾ ਕਰ ਦਿੱਤਾ। ਇੱਕ ਵਾਰੀ ਉਹਨੇ ਕਿਸੇ ਰੋਗੀ ਨੂੰ ਦੇਖਿਆ, ਇੱਕ ਵਾਰੀ ਕਿਸੇ ਬਜ਼ੁਰਗ ਨੂੰ ਦੇਖਿਆ, ਅਤੇ ਮੌਤ ਦੀ ਅਰਥੀ ਲੋਕੀ ਉਠਾ ਕੇ ਲੈ ਜਾ ਰਹੇ ਨੇ, ਰਸਤੇ ਵਿੱਚ ਵੇਖਿਆ ਅਤੇ ਵਿਰਾਗ ਪੈਦਾ ਹੋ ਗਿਆ ਵੀ ਸੰਸਾਰ ਨਾਸਵੰਤ ਹੈ। ਇਹ ਇੱਕ ਕਾਰਨ ਹੈ ਵਿਰਾਗ ਦਾ ਆ ਜਾਣਾ। ਵਿਰਾਗ ਤਾਂ ਕਈ ਕਰਦੇ ਨੇ, ਜਿਵੇਂ ਕਈ ਸਾਧੂ ਮਹਾਤਮਾ ਸੰਨਿਆਸੀ, ਕਈ ਨਕਲੀ ਸਾਧੂ ਵੀ ਵਿਰਾਗ ਕਰਕੇ ਵਿਖਾਉਣਗੇ, ਅਤੇ ਅੱਜ ਦੇ ਸਿੱਖ ਵੀ ਕਈ ਪਖੰਡ ਕਰਦੇ ਵਿਰਾਗ ਦੇ ਨਾਂ ਦਾ, ਝੂਠਾ ਮੁੱਠਾ ਰੋ ਲੈਂਦੇ ਨੇ ਥੋੜ੍ਹੇ ਪਲ ਵਾਸਤੇ, ਪਰ ਅੰਦਰੋਂ ਵਿਰਾਗ ਨਹੀਂ। ਇਹ ਸੱਚਾ ਵਿਰਾਗ ਨਹੀਂ ਹੈ। ਘੜੀ ਪਲ ਆਇਆ, ਇੱਕ ਦਿਨ ਆਇਆ ਅਤੇ ਦੂਜੇ ਦਿਨ ਫਿਰ ਉਹੋ ਜਿਹੇ ਹੋ ਗਏ। ਵਿਰਾਗ ਦੀਆਂ ਤਾਂ ਨਿਸ਼ਾਨੀਆਂ ਹੋਰ ਨੇ, ਵਿਰਾਗ ਦੀ ਤਾਂ ਅਵਸਥਾ ਹੀ ਹੋਰ ਹੈ। ਉਹ ਸੱਚਾ ਵਿਰਾਗ ਹੈ ਜਿਹੜਾ ਪਰਮਾਤਮਾ ਵੱਲ ਤੋਰ ਦੇਵੇ, ਜਿਹੜਾ ਸੱਚ ਦੀ ਭਾਲ ਵਿੱਚ ਲਾ ਦੇਵੇ, ਉਹ ਸੱਚਾ ਵਿਰਾਗ ਹੈ। ਜਿਸ ਵਿਰਾਗ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਉਡੀਕ ਹੋਵੇ। ਇੱਕ ਤੀਸਰੇ ਤਰ੍ਹਾਂ ਦੇ ਨਾਲ ਵਿਰਾਗ ਪੈਦਾ ਹੁੰਦਾ ਹੈ ਧੋਖਾ ਖਾ ਕੇ। ਜ਼ਿੰਦਗੀ ਦੇ ਵਿੱਚ ਕਿਸੇ ਕੋਲੋਂ ਧੋਖਾ ਖਾਧਾ ਹੈ, ਕੋਈ ਜ਼ਿੰਦਗੀ ਵਿੱਚ ਸੱਟ ਵੱਜੀ ਹੈ, ਕਿਸੇ 'ਤੇ ਵਿਸ਼ਵਾਸ ਸੀ ਅਤੇ ਵਿਸ਼ਵਾਸ ਤੋੜਿਆ ਹੈ ਕਿਸੇ ਨੇ, ਉੱਥੋਂ ਵੀ ਕਈ ਵਾਰੀ ਵਿਰਾਗ ਪੈਦਾ ਹੋ ਜਾਂਦਾ ਅਤੇ ਬੰਦੇ ਸਿੱਧੇ ਰਸਤੇ ਤੁਰ ਪੈਂਦੇ ਨੇ। ਪਰ ਆਮ ਹੀ ਵੇਖਿਆ ਜਾਂਦਾ ਹੈ ਕਿ ਸੰਸਾਰ ਦੇ ਲੋਕ ਧੋਖਾ ਖਾ ਕੇ ਵਿਰਾਗ ਕਰਦੇ ਨੇ ਅਤੇ ਫਿਰ ਵਿਸ਼ਵਾਸ ਕਰਦੇ ਨੇ, ਫਿਰ ਧੋਖਾ ਖਾਂਦੇ ਨੇ, ਫਿਰ ਵਿਸ਼ਵਾਸ ਕਰਦੇ ਨੇ, ਫਿਰ ਵਿਰਾਗੀ ਹੋ ਜਾਂਦੇ ਨੇ, ਫਿਰ ਵਿਸ਼ਵਾਸ ਕਰਦੇ ਨੇ। ਇਹ ਸਿਲਸਿਲਾ ਸਾਰੀ ਉਮਰ ਹੀ ਸੰਸਾਰੀ ਲੋਕਾਂ ਦਾ ਚੱਲਦਾ ਹੈ। ਪਰ ਉਹ ਸੱਚਾ ਵਿਰਾਗੀ ਹੈ ਜਿਹਨੇ ਇੱਕ ਵਾਰੀ ਧੋਖਾ ਖਾਧਾ ਅਤੇ ਫਿਰ ਮੁੜ ਕੇ ਕਦੇ ਧੋਖਾ ਨਹੀਂ ਖਾਧਾ। ਰਾਜੇ ਭਰਥਰੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਧੋਖਾ ਖਾਣ ਵਾਲਿਆਂ 'ਚ। ਰਾਜੇ ਭਰਥਰੀ ਨੇ ਧੋਖਾ ਖਾਧਾ ਸੀ ਅਮਰ ਫਲ ਵਾਸਤੇ ਆਪਣੀ ਰਾਣੀ ਦੇ ਕੋਲੋਂ।
ਰਾਜ ਭਾਗ ਨੂੰ ਛੱਡ ਕੇ ਸੰਨਿਆਸੀ ਹੋ ਗਿਆ, ਜੰਗਲਾਂ ਨੂੰ ਚਲਾ ਗਿਆ, ਸਾਧੂ ਬਣ ਗਿਆ ਤੇ ਬੈਰਾਗ ਸ਼ਤਕ ਲਿਖ ਦਿੱਤਾ। ਤੇ ਇਹ ਗੱਲ ਆਖੀ ਵੀ ਸੰਸਾਰ ਦੇ ਉੱਤੇ ਹਰੇਕ ਇਨਸਾਨ ਇੱਕ ਦੂਜੇ ਨੂੰ ਧੋਖਾ ਦੇ ਰਿਹਾ ਹੈ। ਲੋਕੋ, ਇੱਥੇ ਕੁਝ ਵੀ ਸੱਚ ਨਹੀਂ, ਸਭ ਧੋਖੇਬਾਜ਼ ਨੇ। ਸੋ ਬੜੀ ਲੰਮੀ ਗਾਥਾ ਹੈ ਇਹਦੀ, ਪਰ ਸਿੱਧੇ ਮੂਲ ਰੂਪ ਦੇ ਵਿੱਚ ਸਮਝਿਆ ਜਾਵੇ ਤਾਂ ਧੋਖਾ ਖਾ ਕੇ ਵੀ ਇਨਸਾਨ ਨੂੰ ਬੈਰਾਗ ਪੈਦਾ ਹੁੰਦਾ ਹੈ। ਤਾਂ ਹੀ ਤਾਂ ਮਹਾਰਾਜ ਨੇ ਆਖਿਆ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕੀ ਘਰ ਵਾਲੀ ਤੇ ਕੀ ਪੁੱਤਰ ਤੇ ਕੀ ਸਰਬੰਧੀ, ਮਾਂ ਪਿਓ, ਰਿਸ਼ਤੇਦਾਰ, ਸੱਜਣ, ਦੋਸਤ, ਸਾਰੇ ਮਾਇਆ ਕਰਕੇ ਜੁੜੇ ਹੋਏ ਨੇ, ਸੁਖ ਆਰਾਮ ਕਰਕੇ ਜੁੜੇ ਨੇ। ਸੰਸਾਰ ਦੀ ਝੂਠੀ ਪ੍ਰੀਤ ਹੈ, ਸੰਸਾਰ ਦਾ ਪਿਆਰ ਝੂਠਾ ਹੈ। ਇਸ ਕਰਕੇ ਧੋਖਾ ਖਾਣਾ ਕਿਤੇ ਨਾ ਕਿਤੇ ਬੈਰਾਗ ਪੈਦਾ ਕਰਦਾ ਹੈ। ਇੱਕ ਚੌਥੀ ਤਰ੍ਹਾਂ ਦਾ ਬੈਰਾਗ ਹੈ ਜਿਹੜਾ ਪੈਦਾ ਹੁੰਦਾ ਹੈ, ਉਹ ਹੈ ਵਾਹਿਗੁਰੂ ਦੇ ਸੱਚੇ ਪਿਆਰ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਘਰ ਦੇ ਵਿੱਚ ਰਿਹਾ ਕਰਨਾ, ਕਿਸੇ ਨਾਲ ਬੋਲਣਾ ਨਾ, ਕੁਝ ਖਾਣਾ ਪੀਣਾ ਨਾ, ਕਿਸੇ ਨਾਲ ਵਾਧੂ ਗੱਲ ਨਾ ਕਰਨੀ, ਕਿਸੇ ਦਾ ਬੈਠਣਾ ਨਾ, ਕਿਤੇ ਆਉਣਾ ਜਾਣਾ ਨਹੀਂ, ਕੋਈ ਨੀਂਦ ਦਾ ਨਹੀਂ ਪਤਾ, ਕੋਈ ਜਾਗਣ ਦਾ ਨਹੀਂ ਪਤਾ, ਕੋਈ ਸਰੀਰ ਦਾ ਨਹੀਂ ਖਿਆਲ, ਕੋਈ ਖਾਣ ਪੀਣ ਦਾ ਨਹੀਂ ਖਿਆਲ। ਮਾਤਾ ਤ੍ਰਿਪਤਾ ਜੀ ਨੇ ਦੇਖਿਆ ਕਿ ਬਾਲਕ ਦੀ ਅਵਸਥਾ ਜਿਹੜੀ ਹੈ ਕਿ ਅਜੀਬ ਹੈ। ਬੜੇ ਲੋਕਾਂ ਨੇ ਆ ਕੇ ਆਖਿਆ, ਜੀ ਕੋਈ ਰੋਗ ਲੱਗ ਗਿਆ ਹੈ, ਕਿਸੇ ਵੈਦ ਨੂੰ ਬੁਲਾਓ, ਕੋਈ ਦਵਾ ਦਾਰੂ ਕਰਾਓ, ਕੋਈ ਲੱਗਦਾ ਭਿਆਨਕ ਰੋਗ ਹੈ ਜਿਹੜਾ ਖਾਣਾ ਪੀਣਾ ਛੱਡ ਦਿੱਤਾ ਹੈ, ਕਿਸੇ ਨਾਲ ਬੋਲਦਾ ਨਹੀਂ, ਹੱਸਦਾ ਨਹੀਂ, ਖੇਡਦਾ ਨਹੀਂ, ਖਾਂਦਾ ਪੀਂਦਾ ਨਹੀਂ, ਕਿਸੇ ਵਿੱਚ ਬੈਠਦਾ ਨਹੀਂ, ਕਿਤੇ ਆਉਂਦਾ ਜਾਂਦਾ ਵੀ ਨਹੀਂ। ਤੇ ਹਰੀਦਾਸ ਨਾਂ ਦਾ ਵੈਦ ਬੁਲਾਇਆ ਗਿਆ। ਸ੍ਰੀ ਨਾਨਕ ਪ੍ਰਕਾਸ਼ ਦੇ ਅੰਦਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਵਧੀਆ ਤਰੀਕੇ ਨਾਲ ਲਿਖਿਆ ਹੈ ਕਿ ਵੈਦ ਨੂੰ ਬੁਲਾਇਆ ਗਿਆ, ਹਰੀਦਾਸ ਨੂੰ, ਤੇ ਆਣ ਕੇ ਮਹਾਰਾਜ ਦੀ ਬਾਂਹ ਫੜੀ, ਨਬਜ ਵੇਖੀ ਤੇ ਨਬਜ ਟੋਹ ਕੇ ਵੇਂਦਾ ਹੈ ਵੀ ਬਿਮਾਰੀ ਕਿੱਥੇ ਹੈ, ਪਤਾ ਕਰੀਏ ਕਿਹੜਾ ਰੋਗ ਹੈ। ਤੇ ਮਹਾਰਾਜ ਨੇ ਮੁਸਕਰਾਇਆ ਉਹਦੇ ਵੱਲ ਵੇਖ ਕੇ, ਕਹਿਣ ਲੱਗੇ, ਤੂੰ ਵੈਦ ਤਾਂ ਹੈ ਪਰ ਸਿਆਣਾ ਵੈਦ ਨਹੀਂ, ਤੂੰ ਭੋਲਾ ਹੈ। ਤੂੰ ਮੇਰੀ ਨਬਜ ਵੇਖ ਕੇ ਹੱਥ ਦੇ ਨਾਲ ਰੋਗ ਵੇਖਣਾ ਚਾਹੁੰਦਾ ਹੈ, ਇਹ ਤੈਨੂੰ ਨਹੀਂ ਲੱਭਣਾ। ਮਹਾਰਾਜ ਉਹ ਕਿਉਂ? ਫਿਰ ਮਹਾਰਾਜ ਨੇ ਸ਼ਬਦ ਉਚਾਰਿਆ, ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਇਹ ਜਿਹੜੀ ਕਰਕ ਹੈ, ਬਿਮਾਰੀ ਹੈ, ਰੋਗ ਹੈ, ਬੈਰਾਗ ਹੈ, ਇਹ ਮੇਰੇ ਅੰਦਰ ਹੈ। ਤੂੰ ਸਰੀਰ ਵਿੱਚੋਂ ਲੱਭਦਾ ਹੈ, ਇਹ ਬਿਮਾਰੀ ਨਹੀਂ, ਇਹ ਪ੍ਰਮਾਤਮਾ ਦਾ ਪਿਆਰ ਤੇ ਬੈਰਾਗ ਹੈ ਜਿਹੜਾ ਸੱਜਣਾ ਤੈਨੂੰ ਨਹੀਂ ਲੱਭਣਾ। ਉਹ ਹੈ ਵਾਹਿਗੁਰੂ ਦੇ ਪਿਆਰ ਦੇ ਵਿੱਚ ਬੈਰਾਗ ਆ ਜਾਣਾ, ਵਾਹਿਗੁਰੂ ਦੇ ਸਿਮਰਨ ਦੇ ਵਿੱਚ ਬੈਰਾਗ ਆ ਜਾਣਾ, ਬਾਣੀ ਪੜ੍ਹਦਿਆਂ ਮਨ ਬੈਰਾਗੀ ਹੋ ਜਾਣਾ, ਸੇਵਾ ਕਰਦਿਆਂ ਮਨ ਬੈਰਾਗੀ ਹੋ ਜਾਣਾ, ਗੁਰੂ ਦੀ ਯਾਦ ਦੇ ਵਿੱਚ ਸੰਗਤ ਕਰਦਿਆਂ ਕਰਦਿਆਂ, ਗੁਰੂ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਉਹਦੇ ਨਾਲ ਪ੍ਰੇਮ ਦੇ ਵਿੱਚ ਬੈਰਾਗ ਆ ਜਾਣਾ। ਇਹ ਸੱਚਾ ਬੈਰਾਗ ਹੈ ਤੇ ਸਦਾ ਸਥਿਰ ਰਹਿਣ ਵਾਲਾ ਬੈਰਾਗ ਹੈ। ਇਹਦੇ ਬੈਰਾਗ ਦੇ ਆਉਣ ਕਰਕੇ ਹੀ ਪ੍ਰੇਮ ਹੈ ਤੇ ਚਾਅ ਹੈ, ਕਿਉਂਕਿ ਇੱਕ ਸੰਸਾਰ ਦਾ ਬੈਰਾਗ ਹੈ, ਕਿਸੇ ਦੇ ਮੋਹ ਦੇ ਵਿੱਚ ਹੈ। ਮਾਂ ਆਪਣੇ ਬੱਚੇ ਨੂੰ ਯਾਦ ਕਰਦੀ ਹੈ ਦੂਰ ਬੈਠੇ ਨੂੰ, ਤੇ ਉਹਦੇ ਅੰਦਰ ਵੀ ਬੈਰਾਗ ਪੈਦਾ ਹੋ ਜਾਂਦਾ ਹੈ, ਰੋਂਦੀ ਹੈ, ਪਰ ਉਹਦੇ ਵਿੱਚ ਮੋਹ ਹੈ, ਦੁੱਖ ਹੈ, ਪੀੜਾ ਹੈ, ਵਿਛੋੜਾ ਹੈ। ਪਰ ਇੱਕ ਪ੍ਰਮਾਤਮਾ ਦਾ ਬੈਰਾਗ ਹੈ ਜਿਹਦੇ ਵਿੱਚ ਵਿਛੋੜਾ ਤਾਂ ਹੈ ਪਰ ਦੁੱਖ ਨਹੀਂ, ਉਹਦੇ ਵਿੱਚ ਚਾਅ ਹੈ। ਸੰਸਾਰ ਦੇ ਬੈਰਾਗ ਦੇ ਵਿੱਚ ਮੋਹ ਹੈ, ਪ੍ਰਮਾਤਮਾ ਦੇ ਬੈਰਾਗ ਦੇ ਵਿੱਚ ਪ੍ਰੇਮ ਹੈ, ਪਿਆਰ ਹੈ, ਸੁਖ ਹੈ। ਤਾਂ ਇਹਦੇ ਮਹਾਰਾਜ ਨੇ ਆਖਿਆ ਹੈ, ਹਰ ਤੀਜੜੀ ਲਾਭ ਮਨ ਚਾਓ ਭਇਆ ਬੈਰਾਗੀਆ, ਬਲ ਰਾਮ ਜੀਓ। ਮਨ ਦੇ ਵਿੱਚ ਚਾਅ ਪੈਦਾ ਹੋਇਆ ਜਿੱਦਣ ਪਰਮਾਤਮਾ ਦਾ ਬੈਰਾਗ ਆਇਆ। ਇਹ ਤੀਸਰੀ ਲਾਭ ਦੇ ਵਿੱਚ ਮਹਾਰਾਜ ਨੇ ਦੱਸਿਆ ਹੈ। ਤੇ ਬੈਰਾਗ ਤੋਂ ਚਾਅ ਪੈਦਾ ਹੋਣਾ। ਹੁਣ ਇੱਕ ਲੜਕੀ ਦਾ ਆਨੰਦ ਕਾਰਜ ਹੋ ਜਾਵੇ ਤੇ
ਬਰਾਤ ਵਾਲੇ ਦਿਨ ਆਪਣੇ ਪੇਕੇ ਘਰ ਨੂੰ ਛੱਡ ਕੇ ਸਹੁਰੇ ਘਰ ਜਾਣਾ ਹੈ ਉਹਨੇ। ਜਿਸ ਵੇਲੇ ਉਹਦੀ ਡੋਲੀ ਤੁਰਦੀ ਹੈ, ਜਿਸ ਘਰ ਦੇ ਵਿੱਚ ਉਹ ਇੰਨੇ ਸਾਲ ਰਹੀ, ਮਾਂ ਪਿਓ ਦੇ ਕੋਲ, ਭੈਣ ਭਰਾਵਾਂ ਦੇ ਕੋਲ, ਹੁਣ ਜਿਨ੍ਹਾਂ ਦੇ ਕੋਲ ਰਹੀ ਹੈ ਉਹ ਵੀ ਬੈਰਾਗ ਕਰਦੇ ਨੇ ਤੇ ਧੀ ਵੀ ਬੈਰਾਗ ਕਰਦੀ ਹੈ, ਕਿਉਂਕਿ ਜਿਸ ਘਰ ਵਿੱਚ 24-25 ਸਾਲ ਗੁਜ਼ਾਰੇ ਨੇ, ਉਹ ਘਰ ਦਾ ਮੋਹ ਚੇਤੇ ਆ ਰਿਹਾ ਹੈ। ਛੱਡਣ ਨੂੰ ਜੀ ਨਹੀਂ ਕਰਦਾ ਆਪਣੇ ਮਾਂ ਪਿਓ ਨੂੰ। ਉੱਥੇ ਬੈਰਾਗ ਹੈ, ਰੋਂਦੀ ਹੈ, ਮਾਂ ਪਿਓ ਵੀ ਰੋ ਰਹੇ ਨੇ ਵਿਦਾ ਕਰਨ ਵੇਲੇ। ਪਰ ਇੱਕ ਉਸ ਲੜਕੀ ਦੇ ਅੰਦਰ ਚਾਅ ਵੀ ਹੈ। ਉਸ ਵੇਲੇ ਦੋ ਅਵਸਥਾਵਾਂ ਨੇ, ਬੈਰਾਗ ਵੀ ਹੈ ਅਤੇ ਚਾਅ ਵੀ ਹੈ। ਚਾਅ ਕਾਹਦਾ ਹੈ? ਵਿਆਹ ਦਾ, ਕਿ ਆਪਣੇ ਪਤੀ ਦੇ ਕੋਲ ਜਾਣਾ ਹੈ, ਸਹੁਰੇ ਘਰ ਜਾਣਾ ਹੈ। ਹਰੇਕ ਲੜਕੀ ਨੂੰ ਹੀ ਆਨੰਦ ਕਾਰਜ ਦਾ ਚਾਅ ਹੈ, ਵਿਆਹ ਦਾ ਚਾਅ ਹੈ, ਚਾਹੇ ਲੜਕਾ ਹੈ ਚਾਹੇ ਲੜਕੀ ਹੈ। ਇਸ ਤਰ੍ਹਾਂ ਉਸ ਲੜਕੀ ਦੇ ਅੰਦਰ ਜਿੱਥੇ ਮਾਂ ਪਿਓ ਲਈ ਬੈਰਾਗ ਹੈ ਘੜੀ ਪਲ ਦਾ, ਪਰ ਅਗਲੇ ਪਲ ਹੀ ਉਹਦੇ ਅੰਦਰ ਚਾਅ ਵੀ ਹੈ ਕਿ ਮੈਂ ਨਵੇਂ ਪਰਿਵਾਰ ਵਿੱਚ ਜਾਣਾ ਹੈ, ਆਪਣੇ ਪਤੀ ਦੇ ਕੋਲ ਜਾਣਾ ਹੈ, ਪਤੀ ਨਾਲ ਸੰਬੰਧ ਜੁੜੇ ਨੇ ਨਵੇਂ। ਇਸ ਕਰਕੇ ਇਹ ਦੋ ਅਵਸਥਾਵਾਂ ਇਕੱਠੀਆਂ ਕੰਮ ਕਰਦੀਆਂ ਨੇ। ਇਸੇ ਤਰ੍ਹਾਂ ਜਿਹੜਾ ਗੁਰਮਤਿ ਦਾ ਬੈਰਾਗ ਹੈ, ਪਰਮਾਤਮਾ ਦਾ ਬੈਰਾਗ ਹੈ, ਇਹਦੇ ਅੰਦਰ ਬੈਰਾਗ ਵੀ ਹੈ ਅਤੇ ਚਾਅ ਵੀ ਹੈ। ਹੁਣ ਚਾਅ ਕਿਹੜਾ ਹੈ? ਮਨ ਬੈਰਾਗ ਭਇਆ, ਦਰਸ਼ਨ ਦੇਖਣਾ ਕਾ ਚਾਓ। ਹੁਣ ਦਰਸ਼ਨਾਂ ਦੀ ਚਾਹ ਹੋ ਜਾਂਦੀ ਹੈ ਬੈਰਾਗੀ ਦੇ ਅੰਦਰ। ਕਈ ਪਲ ਚਕੋਰ ਦੇ ਵਾਂਗ ਵਹਿੰਦੇ ਰਹਿੰਦੇ ਨੇ ਪਰਮਾਤਮਾ ਦੇ ਵੱਲ, ਨਜ਼ਰ ਅਨੈਤ ਵੱਲ। ਕਦੋਂ ਦਰਸ਼ਨ ਹੋਣਗੇ? ਕਦੋਂ ਕੋਈ ਪਿਆਰਾ ਆਣ ਕੇ ਮਿਲੇਗਾ? ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵ ਆਇਆ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਤੇ ਮਹਾਰਾਜ ਨੇ ਬਚਨ ਕਹੇ ਨੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲ ਪਕਰੇ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨ ਉਤਰੈ ਸਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਜਿੱਥੇ ਬੈਰਾਗ ਹੈ ਉੱਥੇ ਦਰਸ਼ਨਾਂ ਦੀ ਤਾਂਘ ਵੀ ਹੈ, ਚਾਅ ਵੀ ਹੈ ਉਸ ਵਾਹਿਗੁਰੂ ਨੂੰ ਮਿਲਣ ਦੀ। ਸੋ ਇਸ ਤਰ੍ਹਾਂ ਬੈਰਾਗ ਦੇ ਨਾਲ ਚਾਅ ਹੈ। ਬੈਰਾਗ ਦੀਆਂ ਨਿਸ਼ਾਨੀਆਂ ਕੀ ਨੇ? ਬੈਰਾਗ ਜਿਹਨੂੰ ਸੱਚਾ ਆਵੇ ਉਹਦੀ ਕੀ ਨਿਸ਼ਾਨੀ ਹੈ? ਕਿਉਂਕਿ ਅੱਜ ਕੱਲ੍ਹ ਬਹੁਤਾ ਪਖੰਡ ਚੱਲ ਰਿਹਾ ਹੈ ਨਾ ਬੈਰਾਗ ਦੇ ਨਾਂ ਦੇ ਉੱਤੇ। ਹੁਣ ਬੈਰਾਗ ਦੀ ਨਿਸ਼ਾਨੀ ਭਗਤ ਭੀਖਣ ਜੀ ਨੇ ਆਪਣੇ ਸ਼ਬਦ ਵਿੱਚ ਦੱਸੀ ਹੈ। ਭਗਤ ਜੀ ਦਾ ਸ਼ਬਦ ਹੈ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪ੍ਰਾਨੀ। ਕਹਿੰਦੇ ਪਹਿਲੀ ਨਿਸ਼ਾਨੀ ਤਾਂ ਇਹ ਹੈ ਕਿ ਅੱਖਾਂ ਵਿੱਚ ਪਾਣੀ ਨਹੀਂ ਰੁਕਦਾ, ਅੱਖਾਂ ਨਮ ਰਹਿੰਦੀਆਂ ਨੇ, ਇਹ ਬੈਰਾਗ ਦੀ ਨਿਸ਼ਾਨੀ ਹੈ। ਅਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ, ਕਿਉਂਕਿ ਸਰੀਰ ਉਦੋਂ ਕਮਜ਼ੋਰ ਹੁੰਦਾ ਹੈ ਜਦੋਂ ਖਾਣ ਪੀਣ ਦੀ ਸੁੱਧ ਨਾ ਹੋਵੇ। ਜੇ ਖਾ ਪੀ ਰਹੇ ਹਾਂ, ਪਾਰਟੀਆਂ ਹੋ ਰਹੀਆਂ, ਅਤੇ ਕਾਹਦਾ ਬੈਰਾਗ? ਮੌਜ ਮਸਤੀ ਹੋ ਰਹੀ ਹੈ, ਮਨੋਰੰਜਨ ਹੋ ਰਿਹਾ ਹੈ, ਫਿਲਮਾਂ ਦੇਖੀਆਂ ਜਾ ਰਹੀਆਂ ਨੇ, ਛਲ ਕਪਟ ਹੋ ਰਹੇ ਨੇ, ਹਾਸੀਆਂ ਖੇਡੀਆਂ ਹੋ ਰਹੀਆਂ ਨੇ, ਅਤੇ ਉੱਥੇ ਬੈਰਾਗ ਨਾਂ ਦੀ ਕਾਹਦੀ ਗੱਲ ਹੈ? ਜਿਹਦਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਭਾਵ ਖਾਣ ਦੀ ਸੁੱਧ ਨਹੀਂ, ਪੀਣ ਦੀ ਸੁੱਧ ਨਹੀਂ, ਖਾਣ ਪੀਣ ਦਾ ਖੰਡਾਉਣ ਦਾ ਕੋਈ ਸ਼ੌਂਕ ਨਹੀਂ, ਅਤੇ ਸਰੀਰ ਨੂੰ ਪਾਲਣ ਪੋਸ਼ਣ ਦਾ ਵੀ ਕੋਈ ਧਿਆਨ ਨਹੀਂ, ਹਰ ਵੇਲੇ ਪਰਮਾਤਮਾ ਦੀ ਯਾਦ ਵਿੱਚ ਹੈ, ਬੈਰਾਗ ਵਿੱਚ ਹੈ। ਇਹ ਇੱਕ ਨਿਸ਼ਾਨੀ ਦੱਸੀ ਹੈ ਬੈਰਾਗ ਵਾਲਿਆਂ ਦੀ। ਅਤੇ ਇੱਕ ਹੋਰ ਨਿਸ਼ਾਨੀ ਦੱਸੀ ਹੈ ਕਿ ਅਖੀਰਲੀ ਉਮਰ ਤੱਕ ਜੇ ਉਡੀਕ ਕਰਨੀ ਪਵੇ ਤਾਂ ਉਹ ਵੀ ਉਡੀਕ ਕਰਦੇ ਨੇ, ਚਾਹੇ ਸਰੀਰ ਬਜ਼ੁਰਗ ਕਿਉਂ ਨਾ ਹੋ ਜਾਵੇ। ਭਏ ਕੇਸ ਦੁੱਧਵਾਨੀ। ਅਤੇ ਇੱਕ ਚੌਥੀ ਨਿਸ਼ਾਨੀ ਦੱਸੀ ਹੈ ਕਿ ਗਲਾ ਭਰਿਆ ਰਹਿੰਦਾ ਹੈ ਪ੍ਰੇਮ ਦੇ ਵਿੱਚ, ਵਾਹਿਗੁਰੂ ਦੇ ਨਾਮ ਦੇ ਨਾਲ। ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪ੍ਰਾਨੀ। ਇਹ ਬੈਰਾਗ ਦੀਆਂ ਨਿਸ਼ਾਨੀਆਂ ਹਨ। ਇਸ ਕਰਕੇ ਮਨ ਦੇ ਵਿੱਚ ਬੈਰਾਗ ਦੇ ਨਾਲ ਨਾਲ ਚਾਅ ਪੈਦਾ ਹੁੰਦਾ ਹੈ। ਮਨ ਚਾਓ ਭਇਆ ਬੈਰਾਗੀਆ, ਬਲਰਾਮ ਜੀਓ। ਹੁਣ ਚਾਓ ਵੀ ਕਈ ਤਰ੍ਹਾਂ ਦਾ ਹੈ। ਇੱਕ ਤਾਂ ਹੈ ਦਰਸ਼ਨਾਂ ਦੀ ਤਾਂਘ, ਉਹਦਾ ਚਾਅ, ਪਰਮਾਤਮਾ ਨੂੰ ਮਿਲਣ ਦਾ ਚਾਅ। ਦੂਸਰਾ ਹੈ ਧਰਮ ਦੇ ਕੰਮਾਂ ਨੂੰ ਚਾਅ ਦੇ ਨਾਲ ਕਰਨਾ। ਹੁਣ ਬੈਰਾਗੀ ਦਾ ਮਤਲਬ ਇਹ ਨਹੀਂ ਵੀ ਢੇਰੀ ਢਾਹ ਕੇ ਬੈਠਾ ਹੈ, ਕੋਈ ਕੰਮ ਨਹੀਂ ਕਰਨਾ ਜਾਂ ਕਿਸੇ ਆਉਣਾ ਜਾਣਾ ਨਹੀਂ, ਉਹ ਗੱਲ ਨਹੀਂ। ਅੰਦਰ ਧਰਮ ਯੁੱਧ ਲਈ, ਮਰਨ ਮਿਟਣ ਲਈ ਵੀ ਚਾਅ ਹੈ।
ਦੇਹ ਸ਼ਿਵਾ ਬਰ ਮੋਹ ਇਹ ਹੈ ਸੁਭ ਕਰਮਣ ਤੇ ਕਬਹੁ ਨਾ ਟਰੋਂ। ਇਹ ਵੀ ਇੱਕ ਚਾਅ ਹੈ ਕਿ ਮਹਾਰਾਜ ਧਰਮ ਦੀ ਖਾਤਰ ਮਰ ਮਿਟਾਂ, ਧਰਮ ਦੀ ਖਾਤਰ ਕੁਝ ਕਰਾਂ, ਇਨਸਾਨੀਅਤ ਵਾਸਤੇ ਕੁਝ ਕਰਾਂ। ਇਹ ਵੀ ਇੱਕ ਵਿਰਾਗ ਦੇ ਨਾਲ ਚਾਅ ਹੈ। ਉਸ ਤੋਂ ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਸੰਤ ਜਨਾ ਹਰ ਮੇਲ ਹਰ ਪਾਇਆ, ਵੱਡ ਭਾਗੀਆ ਬਲਰਾਮ ਜੀਓ। ਕਹਿੰਦੇ ਫਿਰ ਸੰਤਾਂ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੈ, ਵੱਡੇ ਭਾਗ ਹੋਣ ਕਰਕੇ ਮਿਲੀ ਹੈ। ਫਿਰ ਸੰਗਤ ਤੋਂ ਪਤਾ ਲੱਗੇਗਾ ਕਿ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਮਨ ਹੋਰ ਪੱਕਿਆ ਹੋ ਜਾਂਦਾ ਹੈ। ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾ ਖਾਵਹਿ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਹੁਣ ਸੰਗਤ ਜਿਹੜੀ ਹੈ, ਸਤ ਸੰਗਤ ਕੀ ਹੈ? ਇੱਕ ਹੈ ਸੰਗਤ, ਇੱਕ ਹੈ ਸਤ ਸੰਗਤ। ਸਤ ਸੰਗਤ ਉਹਨੂੰ ਆਂਦੇ ਨੇ, ਸੱਚੀ ਸੰਗਤ ਉਹ ਹੈ ਜਿੱਥੇ ਸੱਚ ਦੀ ਪਛਾਣ ਹੋਵੇ, ਸੱਚੇ ਜੀਵਨ ਦੀ ਪ੍ਰਾਪਤੀ ਹੋਵੇ ਅਤੇ ਝੂਠਾ ਜਿਹੜਾ ਹੈ, ਝੂਠ ਹੈ, ਉਹਦਾ ਤਿਆਗ ਹੋਵੇ, ਝੂਠ ਛੁੱਟ ਜਾਵੇ। ਜਿੱਦਣ ਤੁਹਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਆ ਗਈ, ਸਮਝ ਲੈਣਾ ਕਿ ਸੱਚੇ ਦੀ ਸੰਗਤ ਹੈ। ਸੱਚੇ ਇਨਸਾਨ ਦੀ ਸੰਗਤ ਦੇ ਨਾਲ, ਸਤ ਸੰਗਤ ਦੇ ਨਾਲ ਜੀਵਨ ਬਦਲਦਾ ਹੈ। ਇਹ ਨਿਸ਼ਾਨੀ ਹੈ। ਕਿਸੇ ਮਹਾਤਮਾ ਸਾਧੂ ਦਾ ਸੰਗ ਪ੍ਰਾਪਤ ਹੋਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਕਿਉਂਕਿ ਸੰਗਤ ਹਰੇਕ ਤਰੀਕੇ ਨਾਲ ਅਸਰ ਕਰਦੀ ਹੈ। ਭਗਤ ਕਬੀਰ ਸਾਹਿਬ ਨੇ ਆਖਿਆ ਹੈ ਕਿ ਮਨ ਜਿਹੜਾ ਹੈ ਪੰਛੀ ਵਾਂਗ ਹੈ। ਜਿਵੇਂ ਪੰਛੀ ਜਿਹੜਾ ਹੈ ਜਿਸ ਦਰਖਤ ਦੇ ਉੱਤੇ ਬੈਠੇਗਾ, ਜਿਸ ਦਰਖਤ ਦਾ ਫਲ ਖਾਵੇਗਾ, ਉਹਨੂੰ ਉਹੀ ਸਵਾਦ ਆਉਣਾ ਹੈ। ਜੇ ਅਮਰੂਦ ਖਾਧਾ ਜਾ ਕੇ ਤਾਂ ਅਮਰੂਦ ਦਾ ਸਵਾਦ ਆਵੇਗਾ। ਉਹੀ ਪੰਛੀ ਉੱਡ ਕੇ ਜੇ ਅੰਬ ਦੇ ਰੁੱਖ 'ਤੇ ਚਲਾ ਗਿਆ ਤੇ ਅੰਬ ਖਾਏਗਾ। ਕਿਸੇ ਹੋਰ ਟਹਿਣੀ 'ਤੇ ਜਾ ਬੈਠਾ ਤਾਂ ਉਸ ਰੁੱਖ ਦਾ ਸਵਾਦ ਚਖੇਗਾ, ਫਲ ਦਾ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਆਖਿਆ ਹੈ, ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਜੋ ਜੈਸੀ ਸੰਗਤ ਮਿਲੈ, ਸੋ ਤੈਸੋ ਫਲ ਖਾਏ। ਜਿਹੋ ਜੀ ਸੰਗਤ ਹੈ, ਉਹੋ ਜੀ ਰੰਗਤ ਹੈ। ਸੰਗਤ ਦਾ ਅਸਰ ਗੁਰਬਾਣੀ ਦੇ ਵਿੱਚ ਬੜੇ ਪ੍ਰਮਾਣ ਦੇ ਕੇ ਸਮਝਾਇਆ ਹੈ। ਇਹੋ ਹੀ ਸੰਗਤ ਜੇ ਕਿਤੇ ਬਨਸਪਤੀ ਦੇ ਵਿੱਚ ਹੋਵੇ, ਰੁੱਖਾਂ ਦੇ ਵਿੱਚ ਹੋਵੇ, ਤਾਂ ਚੰਦਨ ਦੀ ਗੱਲ ਆਵੇਗੀ। ਵੀ ਜਿਹੜਾ ਚੰਦਨ ਹੈ, ਹੋਰ ਰੁੱਖਾਂ ਦੇ ਲਾਗੇ ਉੱਗਿਆ ਹੋਵੇ, ਜੰਗਲ ਦੇ ਵਿੱਚ ਉੱਗਿਆ ਹੋਵੇ, ਤਾਂ ਹਵਾ ਦੇ ਨਾਲ ਆਪਣੀ ਸਾਰੀ ਜਿਹੜੀ ਖੁਸ਼ਬੂ ਹੈ ਬਾਕੀ ਰੁੱਖਾਂ ਨੂੰ ਵੰਡ ਦਿੰਦਾ ਹੈ। ਸੰਗਤ ਦੇ ਨਾਲ, ਉਸ ਚੰਦਨ ਦੇ ਰੁੱਖ ਦੀ ਸੰਗਤ ਕਰਨ ਦੇ ਨਾਲ ਬਾਕੀ ਦੇ ਰੁੱਖ ਜਿਹੜੇ ਹਨ ਉਹ ਵੀ ਸੁਗੰਧਿਤ ਹੋ ਜਾਂਦੇ ਹਨ। ਬਚਨ ਹਨ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਓਏ ਭੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਜਿਹੜੇ ਚੰਦਨ ਦੇ ਕੋਲ ਰਹਿੰਦੇ ਸੰਗਤ ਕਰਦੇ ਨੇ, ਉਹ ਵੀ ਸੁਗੰਧਿਤ ਹੋ ਜਾਂਦੇ ਨੇ। ਕਿਸੇ ਪੂਰਨ ਗੁਰਸਿੱਖ, ਪੂਰਨ ਮਹਾਤਮਾ ਦਾ ਸੰਗ ਪ੍ਰਾਪਤ ਹੋਣਾ, ਉਹ ਵੀ ਜ਼ਿੰਦਗੀ ਵਿੱਚ ਸੁਗੰਧੀ ਪੈਦਾ ਕਰ ਦਿੰਦਾ ਹੈ, ਭਗਤੀ ਵਾਲੀ। ਸੜੇ ਹੋਏ ਹਰੇ ਹੋ ਸਕਦੇ ਨੇ ਸੰਗਤ ਕਰਕੇ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ। ਅੰਧਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਵੀ ਸੰਗਤ ਦਾ ਮਹਾਤਮ ਕੀ ਹੈ, ਇਹ ਸ਼ਬਦ ਨੂੰ ਸਾਰੇ ਨੂੰ ਪੜ੍ਹ ਲੈਣਾ। ਗੁਰੂ ਸਾਹਿਬ ਜੀ ਨੇ ਦੱਸਿਆ ਹੈ। ਮਨਮੁਖਾਂ ਦੀ ਵੀ ਇੱਕ ਸੰਗਤ ਹੈ, ਮਾੜੀ ਸੰਗਤ ਵੀ ਅਸਰ ਕਰਦੀ ਹੈ। ਸੰਗਤ ਜੇ ਪਸ਼ੂ ਪੰਛੀਆਂ ਦੇ ਵਿੱਚ ਹੋਵੇ ਤਾਂ ਪਸ਼ੂ ਪੰਛੀ ਵੀ ਇਨਸਾਨ ਦੀ ਸੰਗਤ ਕਰਕੇ ਮਨੁੱਖ ਦੀ ਬੋਲੀ ਬੋਲਣ ਲੱਗ ਪੈਂਦੇ ਨੇ। ਜਿਹੜੇ ਸ਼ੇਰ ਤਾਂ ਲੋਕੀ ਡਰਦੇ ਫਿਰਦੇ ਨੇ, ਸੰਗਤ ਕਰਕੇ ਇਨਸਾਨ ਦੀ, ਮਨੁੱਖ ਦੀ ਸੰਗਤ ਕਰਕੇ ਉਹ ਵੀ ਸਰਕਸਾਂ ਦੇ ਵਿੱਚ ਤਮਾਸ਼ੇ ਕਰਦਾ ਫਿਰਦਾ ਹੈ। ਵੱਡੇ ਵੱਡੇ ਹਾਥੀ ਸਰਕਸਾਂ ਵਿਖਾਉਂਦੇ ਨੇ। ਉਹੀ ਬਾਂਦਰ ਕੁੱਤੇ ਜਿੰਨੇ ਹਨ ਸਾਰੇ ਸਰਕਸਾਂ ਕਰਦੇ ਨੇ, ਮਨੋਰੰਜਨ ਕਰਦੇ ਨੇ। ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਬਾਹ। ਸਾਕਤ ਸੰਗ ਨਾ ਕੀਜੀਐ, ਜਾਤੇ ਹੋਏ ਬਿਨਾਹ। ਇਸ ਕਰਕੇ ਕਦੇ ਵੀ ਮਾੜੇ ਬੰਦੇ ਦੀ ਸੰਗਤ ਨਹੀਂ ਕਰਨੀ,
ਤੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ, ਜਿਹੜੀ ਕਿ ਅਖੀਰਲੇ ਵੇਲੇ ਤੱਕ ਸਾਥ ਨਿਭਣ ਵਾਲੀ ਹੈ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਿਆਂ ਲਈ ਇੱਕ ਪੰਕਤੀ ਹੀ ਕਾਫੀ ਹੈ ਕਿ ਸੰਗਤ ਕਰਨ ਦੇ ਨਾਲ ਕੋਈ ਘਾਲਣਾ ਕਰਨ ਦੀ ਲੋੜ ਨਹੀਂ, ਬਹੁਤੀਆਂ ਕਮਾਈਆਂ ਕਰਨ ਦੀ ਲੋੜ ਨਹੀਂ, ਸੇਵਾ ਕਰਨ ਦੀ ਲੋੜ ਨਹੀਂ। ਜੇ ਕਿਤੇ ਪੂਰਨ ਸਾਧੂ ਮਹਾਤਮਾ ਮਿਲ ਜਾਵੇ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਦਰਸ਼ਨ ਕਰਨ ਦੇ ਨਾਲ, ਕੋਲ ਬੈਠਣ ਦੇ ਨਾਲ ਹੀ ਸਾਰੀ ਜ਼ਿੰਦਗੀ ਦੀ ਜੁਗਤ ਪ੍ਰਾਪਤ ਹੋ ਜਾਂਦੀ ਹੈ। ਜੇ ਕੋਈ ਮਹਾਤਮਾ ਪੂਰਨ ਮਿਲ ਜਾਵੇ ਤਾਂ ਇੱਕ ਪੂਰਨ ਮਹਾਤਮਾ ਦਾ ਜੀਵਨ, ਕਿਸੇ ਸੱਚੇ ਅਤੇ ਪੂਰਨ ਗੁਰਸਿੱਖ ਦਾ ਸੰਗ ਤੁਹਾਡੀ ਜ਼ਿੰਦਗੀ ਨੂੰ ਪਲਟ ਕੇ ਰੱਖ ਸਕਦਾ ਹੈ। ਇੱਕ ਵਿਦਵਾਨ ਹੋਇਆ ਹੈ, ਕਾਪੀ ਮਾਰ, ਗੂਗਲ ਦੇ ਵਿੱਚ ਸਰਚ ਕਰ ਲੈਣਾ, ਬੜਾ ਇਹਦਾ ਨਾਮ ਹੈ ਵਿਦਵਾਨ ਦਾ। ਕਹਿੰਦੇ 6000 ਕਿਤਾਬਾਂ ਪੜ੍ਹੀਆਂ ਇਹ ਵਿਦਵਾਨ ਨੇ, ਸੁਲਝਿਆ ਹੋਇਆ ਇਨਸਾਨ ਮੰਨਿਆ ਇਹਨੂੰ। ਕਹਿੰਦੇ ਇੱਕ ਵਾਰੀ ਇਹਦੀ ਇੰਟਰਵਿਊ ਲਈ ਗਈ ਤੇ ਪੁੱਛਿਆ ਗਿਆ ਵੀ ਤੁਸੀਂ 6000 ਕਿਤਾਬਾਂ ਪੜ੍ਹੀਆਂ ਨੇ, ਕਮਾਲ ਕਰ ਦਿੱਤੀ ਹੈ, ਬਹੁਤ ਗਿਆਨ ਹਾਸਲ ਕੀਤਾ ਤੁਸੀਂ, ਜ਼ਿੰਦਗੀ ਦੇ ਬੜੇ ਸਾਲ ਇੱਧਰ ਲਾਏ ਨੇ, ਬੜੀ ਸਿੱਖਿਆ ਪ੍ਰਾਪਤ ਕੀਤੀ ਹੈ, ਬਹੁਤ ਸੋਹਣੀ ਗੱਲ ਹੈ। ਤੇ ਉਹ ਇੰਟਰਵਿਊ ਲੈਣ ਵਾਲੇ ਪੱਤਰਕਾਰ ਨੇ ਪੁੱਛ ਹੀ ਲਿਆ ਉਹਨੂੰ, 6000 ਕਿਤਾਬਾਂ ਨੂੰ ਪੜ੍ਹ ਕੇ ਜੋ ਤੁਹਾਨੂੰ ਸਮਝ ਆਈ ਹੈ, ਲੋਕਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ? ਤਾਂ ਉਸ ਵਿਦਵਾਨ ਨੇ ਆਖਿਆ, ਇਹਨਾਂ 6000 ਕਿਤਾਬਾਂ ਨੂੰ ਪੜ੍ਹ ਕੇ ਮੈਂ ਇੱਕ ਕਿਤਾਬ ਲਿਖੀ ਏ, ਜਿਹਦੇ ਵਿੱਚ 1000 ਪ੍ਰਿੰਸੀਪਲ ਚੰਗੀਆਂ ਗੱਲਾਂ ਲਿਖੀਆਂ ਨੇ। ਕੋਈ ਉਹਨੂੰ ਪੜ੍ਹ ਲਵੇ ਤਾਂ ਉਹਨੂੰ 6000 ਕਿਤਾਬਾਂ ਦਾ ਗਿਆਨ ਹੋ ਜਾਵੇਗਾ ਵੀ ਮੈਂ ਕੀ ਪੜ੍ਹਿਆ ਹੈ। ਹੁਣ ਸਵਾਲ ਕਰਨ ਵਾਲੇ ਨੇ ਵੀ ਗੱਲ ਇੱਥੋਂ ਤੱਕ ਨਾ ਰਹਿਣ ਦਿੱਤੀ, ਕਹਿਣ ਲੱਗੇ ਫਿਰ ਵੀ ਜੇ ਕਿਸੇ ਕੋਲ 1000 ਪ੍ਰਿੰਸੀਪਲ ਤੁਹਾਡੀਆਂ ਉਹ ਕਿਤਾਬ ਪੜ੍ਹਨ ਦਾ ਮੌਕਾ ਜਾਂ ਸਮਾਂ ਨਾ ਹੋਵੇ, ਤਾਂ ਫਿਰ ਤੁਸੀਂ ਇਸ ਇੰਟਰਵਿਊ ਦੇ ਰਾਹੀਂ ਕੀ ਕਹਿਣਾ ਚਾਹੁੰਦੇ ਹੋ? ਤਾਂ ਫਿਰ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ? ਤੁਸੀਂ ਕੀ ਕਹਿਣਾ ਚਾਹੋਗੇ? ਵਿਦਵਾਨ ਬੜਾ ਖੁਸ਼ ਹੋਇਆ, ਕਹਿਣ ਲੱਗਾ ਸਾਰੀ ਜ਼ਿੰਦਗੀ ਲਾਤੀ 6000 ਕਿਤਾਬਾਂ ਪੜ੍ਹਦਿਆਂ, ਅਤੇ 1 ਮਿੰਟ ਦੇ ਵਿੱਚ ਮੇਰੇ ਕੋਲ ਪੁੱਛਦੇ ਹੋ ਵੀ ਮੈਨੂੰ ਸਮਝ ਕੀ ਆਈ ਹੈ। ਚਲੋ ਫਿਰ ਵੀ ਮੈਂ ਤੁਹਾਨੂੰ ਦੱਸਦਾ, ਜਿਹੜੀ ਉਸ ਗੱਲ ਵਿਦਵਾਨ ਨੇ ਆਖੀ, ਕਿਤੇ ਸਾਨੂੰ ਸਮਝ ਆ ਜਾਵੇ, ਕਿਤੇ ਗੁਰਬਾਣੀ ਨਾਲ ਸਾਡਾ ਪ੍ਰੇਮ ਬਣ ਜਾਵੇ, ਕਿਤੇ ਗੁਰੂ ਨਾਲ ਅਟੁੱਟ ਵਿਸ਼ਵਾਸ ਬਣ ਜਾਵੇ, ਜਿਹੜੀ ਗੱਲ ਉਹ ਵਿਦਵਾਨ ਨੇ ਆਖੀ। ਕਹਿਣ ਲੱਗਾ ਮੈਨੂੰ 6000 ਕਿਤਾਬਾਂ ਪੜ੍ਹ ਕੇ ਇਹ ਗੱਲ ਸਮਝ ਆਈ ਏ ਵੀ ਇਨਸਾਨ ਦੀ ਜ਼ਿੰਦਗੀ ਬੜੀ ਥੋੜ੍ਹੀ ਹੈ, ਇਨਸਾਨ ਦੇ ਕੋਲੇ ਸਮਾਂ ਬੜਾ ਥੋੜ੍ਹਾ ਹੈ, ਅਤੇ ਗਿਆਨ ਬਹੁਤ ਵੱਡਾ ਹੈ। ਗਿਆਨ ਖਤਮ ਹੋਣ ਵਾਲੀ ਚੀਜ਼ ਨਹੀਂ, ਜ਼ਿੰਦਗੀ ਖਤਮ ਹੋ ਸਕਦੀ ਹੈ ਲੇਕਿਨ ਗਿਆਨ ਦੀ ਕੋਈ ਸੀਮਾ ਨਹੀਂ। ਕਹਿਣ ਲੱਗਾ ਜਿਸ ਵੀ ਖੇਤਰ ਦੇ ਵਿੱਚ, ਕਿਸੇ ਵੀ ਵਿਸ਼ੇ ਦੇ ਵਿੱਚ ਜੇ ਵੀ ਕੋਈ ਇਨਸਾਨ ਸਿੱਖਿਆ ਪ੍ਰਾਪਤ ਕਰਨੀ ਚਾਹੁੰਦਾ ਹੈ, ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦਾ ਹੈ, ਤੇ ਇਨਸਾਨ ਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਉਸ ਸਿੱਖਿਆ ਲੈਣ ਵਾਲੇ ਇਨਸਾਨ ਨੂੰ ਚਾਹੀਦਾ ਹੈ ਕਿ ਜਿਸ ਖੇਤਰ ਦੇ ਵਿੱਚ ਉਹ ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦਾ ਹੋਵੇ, ਪਹਿਲਾਂ ਉਹਨੂੰ ਵੇਖਣਾ ਚਾਹੀਦਾ ਹੈ ਕਿ ਜਿਹੜੇ ਉਸ ਖੇਤਰ ਦੇ ਵਿੱਚ ਇਨਸਾਨ ਸਫਲ ਹੋ ਚੁੱਕੇ ਨੇ, ਜਿਨ੍ਹਾਂ ਨੂੰ ਕਾਮਯਾਬੀ ਮਿਲ ਚੁੱਕੀ ਹੈ, ਜਿਨ੍ਹਾਂ ਨੇ ਇਹ ਸਾਰੇ ਤੱਤ ਕੱਢੇ ਹੋਏ ਨੇ, ਉਹਨਾਂ ਦੇ ਕੋਲੇ ਜਾ ਕੇ ਸਿੱਖ ਲੈਣਾ ਚਾਹੀਦਾ ਹੈ। ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ। ਕਹਿਣ ਦਾ ਭਾਵ ਕਿ ਜ਼ਿੰਦਗੀ ਥੋੜ੍ਹੀ ਹੈ, ਜਿਹੜੇ ਕਾਮਯਾਬ ਹੋ ਗਏ ਨੇ ਉਹਨਾਂ ਦੀ ਸ਼ਰਨ ਵਿੱਚ ਚਲੇ ਜਾਣਾ ਚਾਹੀਦਾ ਹੈ। ਉਹ ਵਿਦਵਾਨ ਦੀ ਇਹ ਗੱਲ ਸੁਣ ਕੇ ਮੇਰਾ ਧਿਆਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬੈਠੇ ਬਿਰਾਜਮਾਨ ਮਹਾਂਪੁਰਖਾਂ ਵੱਲ ਗਿਆ, ਭਗਤਾਂ ਵੱਲ, ਭੱਟਾਂ ਵੱਲ ਤੇ ਗੁਰਸਿੱਖਾਂ ਵੱਲ ਗਿਆ। ਕਿ ਕੀ ਇਹ ਗੱਲ ਅੱਜ ਸਿੱਖਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਨਹੀਂ? ਜ਼ਿੰਦਗੀ ਬੜੀ ਥੋੜ੍ਹੀ ਹੈ, ਗੁਰੂ ਦੇ ਤਜਰਬੇ ਬੜੇ ਵੱਡੇ ਨੇ, ਉਹਨਾਂ ਮਹਾਂਪੁਰਖਾਂ ਦੇ ਤਜਰਬੇ ਨੇ ਕੀਤੇ ਹੋਏ ਬਾਣੀ ਵਿੱਚ, ਉਹਨਾਂ ਦੀ ਲਿਖੀ ਹੋਈ ਸਿੱਖਿਆ, ਉਹਨਾਂ ਦਾ ਤੱਤ ਹੈ ਜੀਵਨ ਦਾ। ਉਹਨਾਂ ਭੱਟਾਂ ਨੇ ਫਿਰ ਤੁਰ ਕੇ ਆਖਿਆ ਹੈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਗੁਰਬਾਣੀ ਦੇ ਵਿੱਚ ਇਹ ਤੱਤ ਲਿਖੇ ਹੋਏ ਨੇ
ਗੁਰੂ ਨੇ ਆਖਿਆ ਹੈ, ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਲੱਖਾਂ ਕਰੋੜਾਂ ਅਰਬਾਂ ਖਰਬਾਂ ਰੁਪਈਏ ਲੋਕਾਂ ਪਹਿਲਾਂ ਵੀ ਕਮਾਏ ਨੇ ਤੇ ਜ਼ਿੰਦਗੀ ਐਸ਼ੋ ਆਰਾਮ ਵੀ ਕੀਤਾ ਹੈ, ਪਰ ਕਿਸੇ ਨੂੰ ਸੁੱਖ ਨਹੀਂ ਮਿਲਿਆ। ਸੁਖ ਨਹੀਂ ਬਹੁ ਦੇਸ ਕਮਾਏ, ਦੇਸ਼ਾਂ ਵਿਦੇਸ਼ਾਂ ਦਾ ਰਟਣ ਕਰਕੇ ਵੀ ਲੋਕਾਂ ਨੇ ਵੇਖ ਲਿਆ, ਪਰ ਸੁੱਖ ਨਹੀਂ। ਸੁੱਖ ਬਹੁਤੇ ਕੱਪੜੇ ਹੰਡਾਉਣ ਵਿੱਚ ਨਹੀਂ, ਸੁੱਖ ਬਹੁਤਾ ਖਾਣ ਪੀਣ ਵਿੱਚ ਨਹੀਂ, ਸੁੱਖ ਮਹਿਲ ਮਾੜੀਆਂ ਬਣਾਉਣ ਵਿੱਚ ਨਹੀਂ, ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਸਿੱਖ ਨੂੰ ਵੀ ਚਾਹੀਦਾ ਹੈ ਕਿ ਉਸ ਵਿਦਵਾਨ ਦੀ ਕਹੀ ਹੋਈ ਗੱਲ ਨੂੰ ਮੰਨ ਲੈਣ, ਆਪਣੇ ਗੁਰੂ ਦੀ ਗੱਲ ਨੂੰ ਮੰਨ ਲੈਣ, ਕਿਉਂਕਿ ਗੁਰੂ ਨੇ ਇਹ ਸਾਰੇ ਤਜਰਬੇ ਪਹਿਲਾਂ ਲੋਕਾਂ ਕੀਤੇ ਨੇ ਤੇ ਵੇਖੇ ਨੇ। ਇੱਥੇ ਬੜੇ ਬੜੇ ਧਨਾੜ ਲੋਕ ਵੀ ਆਏ ਨੇ, ਬੜੇ ਬੜੇ ਗਿਆਨਵਾਨ ਵੀ ਆਏ ਨੇ, ਬੜੇ ਬੜੇ ਸੁੰਦਰ ਵੀ ਆਏ ਨੇ, ਤੇ ਜੇ ਸਿਮਰਨ ਕੋਲ ਨਹੀਂ, ਵਾਹਿਗੁਰੂ ਦੀ ਬੰਦਗੀ ਨਹੀਂ, ਤੇ ਸਭ ਕੁਝ ਵਿਅਰਥ ਹੈ। ਕਹਿਣ ਦਾ ਭਾਵ ਕਿ ਸੰਗਤ ਕਰਨ ਦੇ ਨਾਲ ਸਹਿਜ ਸੁਭਾਏ ਹੀ ਇਹ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਬਹੁਤਾ ਯਤਨ ਕਰਨ ਦੀ ਲੋੜ ਨਹੀਂ, ਬਹੁਤੇ ਤਜਰਬੇ ਕਰਨ ਦੀ ਲੋੜ ਨਹੀਂ, ਬਹੁਤਾ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰੋਗੇ, ਬਾਣੀ ਦੀ ਸੰਗਤ ਕਰੋਗੇ, ਤਮਾਮ ਦੁਨੀਆ ਦਾ ਗਿਆਨ ਤੁਹਾਡੀ ਝੋਲੀ ਵਿੱਚ ਪਵੇਗਾ, ਤਮਾਮ ਦੁਨੀਆ ਦੀ ਜਾਣਕਾਰੀ ਤੁਹਾਡੇ ਕੋਲ ਹੋਵੇਗੀ। ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ, ਬਹੁਤੇ ਵਿਦਾਂਤ ਤੇ ਗ੍ਰੰਥ ਪੜ੍ਹਨ ਦੀ ਲੋੜ ਨਹੀਂ। ਜਿਹਨੇ ਬਾਣੀ ਪੜ੍ਹ ਲਈ ਹੈ ਉਹਨੇ ਸਭ ਕੁਝ ਪੜ੍ਹ ਲਿਆ ਹੈ, ਜਿਹਨੇ ਸਿਮਰਨ ਕਰ ਲਿਆ ਹੈ ਕੋਈ ਗਿਆਨ ਪਿੱਛੇ ਰਹਿ ਹੀ ਨਹੀਂ ਗਿਆ। ਇਸ ਕਰਕੇ ਮਹਾਰਾਜ ਨੇ ਆਖਿਆ ਹੈ, ਸੰਤ ਜਨਾ ਹਰ ਮੇਲ ਹਰ ਪਾਇਆ, ਵਡਭਾਗੀਆ ਬਲਰਾਮ ਜੀਓ। ਜਦੋਂ ਕਿਤੇ ਸੰਗਤਾਂ ਦੀ ਫਿਰ ਸੰਗਤ ਹੁੰਦੀ ਹੈ, ਸੰਤ ਮਹਾਂਪੁਰਖ ਦੀ, ਫਿਰ ਕੀ ਤਬਦੀਲੀ ਆਉਂਦੀ ਹੈ। ਕਹਿੰਦੇ ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਇਹਦੇ ਕਰਕੇ ਫਿਰ ਕੀ ਹੋਇਆ ਸੰਗਤ ਕਰਕੇ ਕਿ ਨਿਰਮਲ ਹਰ ਪਾਇਆ, ਉਸ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਮਨ ਵਿੱਚ ਵਸ ਜਾਂਦਾ ਹੈ, ਜਿਹਦੇ ਕਰਕੇ ਫਿਰ ਨਾਮ ਜਿਹੜਾ ਹੈ ਆਪਣਾ ਕੰਮ ਕਰਦਾ ਹੈ ਤੇ ਹਰ ਵੇਲੇ ਹੀ ਮਨ ਬਾਣੀ ਵਿੱਚ ਲੱਗਾ ਰਹਿੰਦਾ ਹੈ। ਮੁਖ ਦੇ ਵਿੱਚੋਂ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ। ਸੰਤ ਜਨਾ ਵਡਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ। ਸੰਤ ਜਨਾਂ ਦੇ ਨਾਲ ਵੱਡੇ ਭਾਗਾਂ ਨਾਲ ਸੰਗਤ ਕਰਨ ਕਰਕੇ ਉਸ ਵਾਹਿਗੁਰੂ ਦੀ ਅਕਥ ਕਥਾ ਜਿਹੜੀ ਹੈ ਸਮਝ ਆ ਜਾਂਦੀ ਹੈ। ਉਹ ਕਹਾਣੀ ਸਮਝ ਆ ਜਾਂਦੀ ਹੈ ਕਿ ਸੰਸਾਰ ਦੇ ਉੱਤੇ ਕਰਨ ਕੀ ਆਏ ਹਾਂ। ਇਹਦੇ ਨਾਲ ਹੀ ਫਿਰ ਇੱਕ ਹੋਰ ਬਖਸ਼ਿਸ਼ ਹੁੰਦੀ ਹੈ। ਤੀਸਰੀ ਲਾਭ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਧੁਨ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਹੁੰਦਾ ਰਹਿੰਦਾ ਹੈ। ਮਨ ਕਰਕੇ, ਬਚਨਾਂ ਕਰਕੇ ਤੇ ਕਰਮਾਂ ਕਰਕੇ ਇੱਕ ਰਸ ਜਿਹੜੀ ਧੁਨ ਹੈ ਨਾ ਖਤਮ ਹੋਣ ਵਾਲੀ, ਉਹ ਪੈਦਾ ਹੋ ਜਾਂਦੀ ਹੈ। ਫਿਰ ਹਰ ਥਾਂ ਨਾਮ ਹੀ ਸੁਣਦਾ ਹੈ, ਨਾਮ ਹੀ ਦੇਖੀਦਾ ਹੈ। ਫਿਰ ਹਰ ਥਾਂ ਹਵਾ ਚੱਲਦੀ ਹੋਵੇ ਤਾਂ ਉਹਦੇ ਵਿੱਚੋਂ ਵੀ ਨਾਮ ਸੁਣਦਾ ਹੈ। ਅੱਗ ਦੀ ਖੜਾਕ ਹੁੰਦਾ ਬਲਦਾ, ਉਹਦੇ ਵਿੱਚੋਂ ਵੀ ਨਾਮ ਸੁਣਦਾ ਹੈ। ਗਾਵਣ ਤਦਨੋਂ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਇਸ ਤਰ੍ਹਾਂ ਹਰ ਇੱਕ ਚੀਜ਼ ਹੀ ਗਾਉਂਦੀ ਪ੍ਰਤੀਤ ਹੁੰਦੀ ਹੈ। ਹਰ ਗੱਲ ਦੇ ਵਿੱਚੋਂ, ਹਰ ਧੁਨ ਦੇ ਵਿੱਚੋਂ, ਆਵਾਜ਼ ਦੇ ਵਿੱਚੋਂ ਉਸ ਵਾਹਿਗੁਰੂ ਦੀ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ। ਇਹਦੇ ਨਾਲ ਫਿਰ ਮਸਤਕ ਦੇ ਜਿਹੜੇ ਭਾਗ ਹਨ ਉਹ ਜਾਗ ਪੈਂਦੇ ਹਨ। ਅਖੀਰਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜੀਓ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਤੀਸਰੀ ਲਾਭ ਦੇ ਵਿੱਚ, ਤੀਸਰੇ ਪੜਾਅ ਦੇ ਵਿੱਚ ਹਰ ਉਪਜੈ ਮਨ ਬੈਰਾਗ ਜੀਓ। ਇਸ ਤਰ੍ਹਾਂ ਬੈਰਾਗ ਦੀ ਪ੍ਰਾਪਤੀ ਹੁੰਦੀ ਹੈ, ਬੈਰਾਗ ਉਪਜਦਾ ਹੈ ਤੇ ਬੈਰਾਗ ਉਪਜਣ ਦੇ ਨਾਲ ਮਨ ਵਿੱਚ ਚਾਅ ਆਉਂਦਾ ਹੈ, ਵਾਹਿਗੁਰੂ ਦੇ ਦਰਸ਼ਨਾਂ ਦਾ ਤਾਂਘ ਪੈਦਾ ਹੁੰਦੀ ਹੈ।
ਇਸ ਤੋਂ ਇਲਾਵਾ ਚੌਥੀ ਲਾਮ ਦੇ ਵਿੱਚ ਜੋ ਅਗਲੀ ਅਵਸਥਾ ਹੈ, ਉਹ ਗੁਰੂ ਸਾਹਿਬ ਜੀ ਅਗਲੀ ਲਾਭ ਦੇ ਵਿੱਚ ਬਖਸ਼ਿਸ਼ ਕਰਕੇ ਸਮਝਾਉਣਗੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸਾਹਿਬ ਜੀ ਮਾਫ ਕਰਨ, ਅਗਾਂਹ ਵਾਸਤੇ ਸਮਤ ਬਖਸ਼ਣ। ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।